ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਸਾਨੂੰ ਅੱਜ ਭਾਈ ਦੀਪ ਸਿੰਘ ਸਿੱਧੂ ਦੀ ਜਿਹੜੀ ਅੰਤਮ ਅਰਦਾਸ ਹੈ, ਉਹਨਾਂ ਦੀ ਆਤਮਿਕ ਸ਼ਾਂਤੀ ਲਈ ਉਹਦੇ ਬਾਬਤ ਜੁੜਨ ਦਾ ਸਬਬ ਬਣਿਆ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਮੈਂ ਇਹ ਗੱਲ ਉੱਥੋਂ ਸ਼ੁਰੂ ਕਰਦਾ ਜਿੱਥੇ ਮੈਨੂੰ ਖਤਮ ਕਰਨੀ ਸੀ ਅੱਜ, ਕਿਉਂਕਿ ਭਾਈ ਸਾਹਿਬ ਨੇ ਉਹ ਗੱਲਾਂ ਕੀਤੀਆਂ, ਵਿਚਾਰਾਂ ਕੀਤੀਆਂ ਭਾਈ ਤਰਲੋਚਨ ਸਿੰਘ ਹੋਰਾਂ ਨੇ, ਜਤਿੰਦਰ ਸਿੰਘ ਹੋਰਾਂ ਨੇ, ਕਿ ਗੱਲ ਸ਼ੁਰੂ ਹੀ ਅਸਲ ਦੇ ਵਿੱਚ ਇੱਥੋਂ ਹੋਣੀ ਚਾਹੀਦੀ ਹੈ। ਮੈਂ ਅੱਜ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਪਰਣ ਕਰਦਾ ਕਿ ਜੋ ਦੀਪ ਸਿੰਘ ਸਿੱਧੂ ਦੀ ਸੋਚ ਸੀ ਕਿ ਆਪਸ ਦੇ ਵਿੱਚ ਸਾਨੂੰ ਮਿਲ ਕੇ ਰਹਿਣਾ ਚਾਹੀਦਾ, ਤੇ ਜਦੋਂ ਤੱਕ ਅਸੀਂ ਸਭ ਕੀ ਮੱਤ ਮਿਲ ਕੀਮਤ ਪਾਈ, ਜਦੋਂ ਤੱਕ ਸਾਡੀ ਸਭ ਦੀ ਮੱਤ ਨਹੀਂ ਮਿਲਦੀ ਉਦੋਂ ਤੱਕ ਕੀਮਤ ਨਹੀਂ ਪੈਣੀ। ਤੇ ਮੈਂ ਪਰਣ ਕਰਦਾ ਕਿ ਨਿੱਜੀ ਤੌਰ ਦੇ ਉੱਤੇ ਜਾਂ ਰਾਜਨੀਤਿਕ ਤੌਰ ਦੇ ਉੱਤੇ, ਕੌਮੀਅਤ ਦੇ ਤੌਰ ਦੇ ਉੱਤੇ ਮੈਂ ਅੱਜ ਤੋਂ ਬਾਅਦ ਕਿਸੇ ਦੀ ਵਿਰੋਧਤਾ ਨਹੀਂ ਕਰਾਂਗਾ। ਤੁਸੀਂ ਰਿਕਾਰਡ ਕਰ ਸਕਦੇ ਹੋ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਇਸ ਨੂੰ ਮੈਂ ਪਰਣਾਇਆ ਰਹੂੰਗਾ। ਹੁਣ ਗੱਲ ਕਰਦੇ ਹਾਂ ਸੋਚ ਦੀ। ਜਿਹੜੀ ਸੋਚ ਹੁੰਦੀ ਹੈ ਨਾ, ਜਿਹੜੀ ਸਾਡੇ ਨਿੱਜ ਦੀ ਕੋਈ ਗੱਲ ਹੁੰਦੀ ਹੈ, ਨਿੱਜ ਦਾ ਵਾਰਤਾਲਾਪ ਹੁੰਦਾ, ਜਾਂ ਅਸੀਂ ਨਿੱਜੀ ਤੌਰ ਦੇ ਉੱਤੇ ਆਪਣੇ ਪਰਿਵਾਰਾਂ ਦੇ ਵਿੱਚ, ਤੁਸੀਂ ਬੀਬੀਆਂ ਆਪਣੇ ਪਰਿਵਾਰਾਂ ਦੇ ਵਿੱਚ, ਭਾਈ ਆਪਣੇ ਪਰਿਵਾਰਾਂ ਦੇ ਵਿੱਚ ਆਪਣੇ ਕਾਰੋਬਾਰ ਲਈ ਜੋ ਗੱਲਬਾਤ ਵਾਰਤਾਲਾਪ ਕਰਦੇ ਹੋ, ਉਹ ਸੋਚ ਨਹੀਂ ਹੁੰਦੀ। ਉਹ ਤੁਹਾਡਾ ਨਿੱਜ ਦਾ ਮਸਲਾ ਹੁੰਦਾ। ਜਦੋਂ ਕੋਈ ਵਿਅਕਤੀ ਵਿਸ਼ੇਸ਼ ਜਾਂ ਸਾਡੇ ਕੌਮ ਦੇ ਏਜੰਡੇ ਨੂੰ ਪ੍ਰਣਾਇਆ ਹੋਇਆ ਕੋਈ ਸਿੰਘ ਕੋਈ ਨਿੱਗਰ ਗੱਲਬਾਤ ਲੈ ਕੇ ਸਾਡੇ ਸਾਹਮਣੇ ਆਉਂਦਾ ਨਾ, ਤਾਂ ਉੱਥੋਂ ਅਸੀਂ ਵਾਚਣਾ ਸ਼ੁਰੂ ਕਰ ਦਿੰਦੇ ਹਾਂ, ਉਹਨੂੰ ਦੇਖਣਾ ਸ਼ੁਰੂ ਕਰ ਦਿੰਦੇ ਹਾਂ ਕਿ ਇਹਦੀ ਸੋਚ ਕਿੱਥੇ ਕੰਮ ਕਰਦੀ ਹੈ, ਇਹ ਕੀ ਸੋਚਦਾ ਬੰਦਾ। ਸੋਚ, ਸਿਮਰਤੀ ਜੋ ਸਾਡੇ ਮਨ ਦੇ ਵਿੱਚ ਚੱਲ ਰਹੀ ਹੈ, ਉਹ ਚੀਜ਼, ਉਹ ਵਿਚਾਰ ਜਿਹੜਾ ਸਾਨੂੰ ਸੌਣ ਨਹੀਂ ਦਿੰਦਾ ਰਾਤ ਨੂੰ, ਜਿਹੜਾ ਸਾਨੂੰ ਟਿਕਣ ਨਹੀਂ ਦਿੰਦਾ, ਜਿਹਨੇ ਸਾਡੀ ਹੋਂਦ ਦੇ ਦੁਆਲੇ ਵੜਿਆ ਹੋਇਆ ਇੱਕ ਘੇਰਾ ਜਿਹੜਾ ਹੈ ਉਹ ਸਿਰਜਣਾ, ਉਹ ਸੋਚ ਹੁੰਦੀ ਹੈ। ਉਹ ਸੋਚ, ਜਿਵੇਂ ਸਾਹਿਬ ਸੱਚੇ ਪਾਤਸ਼ਾਹ ਸਾਡੇ ਪਹਿਲੇ ਜਿਹੜੇ ਸਾਡੇ ਸਿੱਖ ਸਕੂਲ ਦੇ ਅਧਿਆਪਕ ਹੋਏ ਨੇ, ਸਾਡੇ ਪ੍ਰਿੰਸੀਪਲ ਹੋਏ ਨੇ, ਸਾਡੇ ਪਹਿਲੇ ਗੁਰੂ ਪਾਤਸ਼ਾਹ ਹੋਏ ਨੇ ਬਾਬਾ ਨਾਨਕ ਜੀ, ਉਹ ਸੋਚ ਸਾਨੂੰ ਉਹ ਦੇ ਕੇ ਗਏ ਨੇ। ਜਿਵੇਂ ਅਸੀਂ ਆਸਾ ਦੀ ਵਾਰ ਦੇ ਵਿੱਚ ਉਹਨਾਂ ਨੂੰ ਪੜ੍ਹਦੇ ਹਾਂ, ਸੁਣਦੇ ਹਾਂ, ਜਾਂ ਅਸੀਂ ਜਿਵੇਂ ਵੱਖ-ਵੱਖ ਥਾਵਾਂ ਦੇ ਉੱਤੇ ਜਿਵੇਂ ਉਹਨਾਂ ਨੇ ਵਿਚਾਰ ਪ੍ਰਗਟ ਕੀਤੇ ਨੇ ਗੁਰੂ ਬਾਬਾ ਜੀ ਨੇ ਆਪਣੀ ਇਲਾਹੀ ਬਾਣੀ ਦੇ ਵਿੱਚ, ਉਹ ਸ਼ਬਦ ਸਾਡੀ ਸੋਚ ਘੜਦੇ ਨੇ। ਉਹ ਸ਼ਬਦ ਸਾਨੂੰ ਅੱਗੇ ਸਮਾਜ ਦੇ ਵਿੱਚ ਰਾਜਨੀਤਿਕ ਤੌਰ ਦੇ ਉੱਤੇ ਸਾਡੀ ਹੋਂਦ ਦਾ ਜਿਹੜਾ ਘੇਰਾ ਉਹ ਸਥਾਪਿਤ ਕਰਦੇ ਨੇ। ਇਸ ਤਰੀਕੇ ਨਾਲ ਉਹ ਸੋਚ ਦੀ ਜਦੋਂ ਗੱਲ ਹੁੰਦੀ ਹੈ, ਤਾਂ ਉਹ ਮੇਰਾ ਖਿਆਲ ਦੇ ਵਿੱਚ ਜਿਹੜਾ ਭਾਰਤ ਦਾ ਉਸ ਵੇਲੇ ਦਾ ਕੈਪੀਟਲਿਜ਼ਮ ਸੀ, ਉਸ ਵੇਲੇ ਦੀ ਸਰਮਾਏਦਾਰੀ ਸੀ, ਉਹਦਾ ਜਿਹੜਾ ਸ਼ਟਰ ਹੈ ਨਾ, ਉਹਦੀ ਦੁਕਾਨਦਾਰੀ ਦਾ ਉਹ ਸ਼ਟਰ ਡੇਗਦੀ ਹੈ। ਉਹ ਸੋਚ, ਉਹ ਚੈਲੰਜ ਹੈ ਉਹਨੂੰ, ਉਸ ਨੂੰ ਸਿੱਧੀ ਵੰਗਾਰ ਹੈ ਉਹ ਸੋਚ। ਇਹੋ ਹੀ ਕਾਰਨ ਹੈ ਨਾ ਕਿ ਜਿਹੜੀ ਧਿਰ ਹੈ, ਬਾਬਰ ਨੂੰ ਜਾਬਰ ਕਹਿਣ ਦੀ ਜਿਹੜੀ ਤਾਕਤ ਹੈ, ਸ਼ਕਤੀ ਹੈ, ਸੋਚ ਹੈ, ਉਹ ਧਿਰ ਤਾਂ ਕਦੋਂ ਦੀ ਖਤਮ ਹੋ ਚੁੱਕੀ ਹੈ ਨਾ ਭਾਰਤ ਦੇ ਨਕਸ਼ੇ ਤੋਂ। ਹੁਣ ਉਸ ਧਿਰ ਦਾ ਸਥਾਨ ਕਿਵੇਂ ਹਾਸਲ ਕੀਤਾ? ਇਹ ਰਾਜਨੀਤਿਕ ਗੱਲਾਂ ਨੇ, ਇਹ ਸਾਡੀ ਸੋਚ ਦੇ ਵਿੱਚੋਂ ਆਪ ਮੁਹਾਰੇ ਉਪਜਦੀਆਂ ਨੇ। ਜਦੋਂ ਕੋਈ ਦੀਪ ਸਿੱਧੂ ਗੱਲ ਕਰਦਾ ਜਾਂ ਕੋਈ ਵਿਅਕਤੀ ਵਿਸ਼ੇਸ਼ ਸਾਡੀ ਕੌਮ ਦਾ ਏਜੰਡਾ ਲੈ ਕੇ ਸਾਹਮਣੇ ਆਉਂਦਾ, ਤਾਂ ਸਾਡੇ ਮਨ ਦੇ ਵਿੱਚ ਇੱਕ ਸਵਾਲ ਆਉਂਦਾ। ਅਸੀਂ ਇੱਕ ਦੂਜੇ ਨੂੰ ਪੁੱਛਦੇ ਹਾਂ, ਭਾਜੀ ਇਹ ਦੀਪ ਸਿੱਧੂ ਕਿਵੇਂ ਦਾ ਬੰਦਾ, ਠੀਕ ਲੱਗਦਾ ਤੁਹਾਨੂੰ? ਜਾਂ ਇਹ ਫਲਾਣਾ ਕਿਵੇਂ ਦਾ ਬੰਦਾ? ਇਹਦਾ ਮੈਨੂੰ ਤਾਂ ਲੁਕਵਾਂ ਏਜੰਡਾ ਲੱਗਦਾ ਕੋਈ। ਇਹ ਕਿਹੜੀ ਲੈਬੋਰਟਰੀ ਦੇ ਵਿੱਚ ਪਰਖਦੇ ਹੋ ਬਈ ਤੁਸੀਂ ਕਿਸੇ ਨੂੰ? ਤੁਸੀਂ ਇਹ ਵਿਚਾਰ ਕਿੱਥੋਂ ਲੈ ਕੇ ਆਏ ਹੋ ਕਿ ਤੁਸੀਂ ਆਪਣੇ ਆਪ ਦੇ ਵਿੱਚ ਇੱਕ ਪ੍ਰਯੋਗਸ਼ਾਲਾ ਤੁਸੀਂ ਆਪਣੀ ਪੈਦਾ ਕਰ ਲਈ ਹੈ ਤੇ ਤੁਸੀਂ ਕਿਸੇ ਬਾਰੇ ਤੁਸੀਂ
ਬਿਨਾਂ ਕਿਸੇ ਸਬੂਤਾਂ ਦੇ, ਬਿਨਾਂ ਕਿਸੇ ਗੱਲਬਾਤ ਦੇ ਤੁਸੀਂ ਇੱਕ ਅਜਿਹਾ ਵਿਚਾਰ ਦੇ ਦਿੱਤਾ ਜਿਹਨੇ ਅੱਗੇ ਚੱਲ ਕੇ ਉਹਦਾ ਨੁਕਸਾਨ ਕਰ ਦੇਣਾ। ਨੁਕਸਾਨ ਉਸ ਵਿਅਕਤੀ ਦਾ ਨੁਕਸਾਨ ਨਹੀਂ ਕਰਨਾ, ਇੱਕ ਵਿਅਕਤੀ ਦੇ ਜਾਣ ਦੇ ਨਾਲ ਇਸ ਦੁਨੀਆ ਤੋਂ, ਇੱਕ ਵਿਅਕਤੀ ਦੇ ਇਸ ਜਿਹੜਾ ਪੰਜ ਭੌਤਿਕ ਸਰੀਰ ਆ ਇਹ ਚੋਲਾ ਛੱਡ ਜਾਣ ਦੇ ਨਾਲ ਕੀ ਉਹਦੀ ਸੋਚ ਹੈ ਜਿਹੜੀ ਜਾਂ ਉਹਦਾ ਵਿਚਾਰ ਹੈ ਉਹਨੂੰ ਕੋਈ ਨੁਕਸਾਨ ਪਹੁੰਚਿਆ? ਕਦੇ ਵੀ ਨਹੀਂ ਪਹੁੰਚਦਾ। ਕੋਈ ਕਿਸੇ ਦੇ ਵਿਚਾਰ ਨਹੀਂ ਖਤਮ ਕਰ ਸਕਦਾ ਹੈ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਇੱਕ ਕੋਟ ਦੇ ਕੇ ਗਏ ਨੇ ਸਾਨੂੰ, ਜਿੱਥੇ ਦੁਨੀਆ ਦੇ ਵੱਡੇ ਵੱਡੇ ਮਹਾਨ ਫਿਲਾਸਫਰ, ਜਿੱਥੇ ਜਿਹੜੇ ਮਾਰਟਿਨ ਲੂਥਰ ਕਿੰਗ ਵਰਗੇ ਜਾਂ ਹੋਰ ਜਿਹੜੇ ਕਾਰਲ ਮਾਰਕਸ ਵਰਗੇ ਜਿਨ੍ਹਾਂ ਨੂੰ ਪ੍ਰਚਾਰਿਆ ਜਾਂਦਾ ਹੋਏ ਨੇ ਜਾਂ ਉਹਨਾਂ ਨੂੰ ਪ੍ਰੋਜੈਕਟ ਕੀਤਾ ਗਿਆ, ਉਹਨਾਂ ਤੋਂ ਵੱਡਾ ਕੋਟ ਹੋ ਗਿਆ ਉਹਨਾਂ ਦਾ ਉਹ। ਅਸੀਂ ਅੱਜ ਜਦੋਂ ਸੰਤ ਜਰਨੈਲ ਸਿੰਘ ਦੀ ਸਾਨੂੰ ਤਸਵੀਰ ਸਾਡੇ ਸਾਹਮਣੇ ਆਉਂਦੀ ਆ, ਸਾਡੇ ਚਿਤਵਨ ਦੇ ਵਿੱਚ ਅਸੀਂ ਸਿਮਰਤੀ 'ਚ ਲੈ ਕੇ ਆਉਂਦੇ ਆ ਜਾਂ ਉਹਦੇ ਉੱਤੇ ਵਿਚਾਰ ਚਰਚਾ ਚੱਲਦੀ ਆ, ਸਭ ਤੋਂ ਪਹਿਲਾ ਕੋਟ ਉਹਨਾਂ ਦਾ ਜਿਹੜਾ ਹੈਗਾ ਉਹ ਸਾਡੇ ਤੇ ਹਾਵੀ ਹੋ ਜਾਂਦਾ। ਉਹ ਕਹਿੰਦੇ ਨੇ ਕਿ ਜਿਹੜਾ ਸਰੀਰ ਦੇ ਮਰਨੇ ਨੂੰ ਮੈਂ ਮੌਤ ਨਹੀਂ ਮੰਨਦਾ, ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ। ਉਹ ਹਾਵੀ ਹੋ ਕੇ ਸਾਡੇ ਤੇ ਬੋਲਦਾ। ਉਹ ਬਾਬਾ ਸਾਨੂੰ ਆਹ ਚੀਜ਼ ਦੇ ਗਿਆ। ਉਹੀ ਚੀਜ਼ ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਭਾਖਾ ਦੇ ਵਿੱਚ, ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਹੋਰ ਜਿਹੜੀਆਂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੀਆਂ ਬਾਣੀਆਂ ਦੇ ਵਿੱਚ ਸਾਨੂੰ ਦੱਸਿਆ, ਉਹਨਾਂ ਨੂੰ ਸਰਲ ਸ਼ਬਦਾਂ ਦੇ ਵਿੱਚ ਸਾਨੂੰ ਸਮਝਾ ਗਏ। ਉਹ ਸਾਡੇ ਆਲੇ ਦੁਆਲੇ ਸਾਡੇ ਵਿਚਰਦਿਆਂ ਸਾਡੀਆਂ ਸਿਮਰਤੀਆਂ ਦੇ ਵਿੱਚ ਉਹ ਅਖਾਣ ਮਹਾਰਾਜ ਦਾ ਜਿਹੜਾ ਸੰਤ ਭਿੰਡਰਾਂ ਵਾਲੇ ਦਾ ਉਹ ਅੱਗੇ ਝੰਡਾ ਬਰਦਾਰ ਹੋ ਕੇ ਸਾਡੀ ਅਗਵਾਈ ਕਰਦਾ। ਸੋ ਇਹ ਜਿਹੜੇ ਜਦੋਂ ਅਸੀਂ ਦੀਪ ਸਿੱਧੂ ਦੀਆਂ ਤਕਰੀਰਾਂ ਸੁਣਦੇ ਹਾਂ ਤਾਂ ਉਹਦੇ ਚੋਂ ਕੁਝ ਅਜਿਹੀਆਂ ਗੱਲਾਂ ਸਾਡੀ ਚੇਤਨਾ ਨੂੰ ਜਗਾਉਂਦੀਆਂ ਨੇ, ਸਾਨੂੰ ਮੋਢੇ ਤੋਂ ਫੜ ਕੇ ਹਲੂਣਾ ਦਿੰਦੀਆਂ ਨੇ ਕਿ ਇਹ ਤੁਹਾਡੇ ਨਾਲ ਇਹ ਘਟਨਾਵਾਂ ਵਾਪਰ ਰਹੀਆਂ ਨੇ, ਤੁਹਾਡੇ ਨਾਲ ਇਹ ਹੋ ਜਾਊਗਾ। ਅਸੀਂ ਡਾਕਟਰ ਦੇ ਆਪਣੇ ਬੱਚੇ ਨੂੰ ਲੈ ਕੇ ਜਾਂਦੇ ਆ, ਜਦ ਬਿਮਾਰ ਹੋ ਜਾਂਦੇ ਆ ਡਾਕਟਰ ਕੋਲ ਜਾਂਦੇ ਆ, ਡਾਕਟਰ ਕਹਿੰਦਾ ਵੀ ਆਹ ਗੋਲੀ ਲੈ ਲਓ ਤੇ ਐਦਾਂ ਤੁਸੀਂ ਠੀਕ ਹੋ ਜਾਓਗੇ, ਜਾਂ ਉਹ ਇੰਜੈਕਸ਼ਨ ਲਾਊਗਾ ਜਾਂ ਕੋਈ ਤੁਹਾਡਾ ਉਪਚਾਰ ਕਰੂਗਾ, ਕਿਸੇ ਨਾ ਕਿਸੇ ਤਰੀਕੇ ਟ੍ਰੀਟਮੈਂਟ ਜਿਹੜੀ ਹੈ ਉਹਦੇ ਤੇ ਪਾਊਗਾ। ਤੁਸੀਂ ਕਦੇ ਮੁੜ ਕੇ ਇਹ ਨਹੀਂ ਕਹਿੰਦੇ ਜੇ ਅਸੀਂ ਏਦਾਂ ਨਾ ਕਰੀਏ ਫਿਰ ਕੀ ਹੋਊਗਾ, ਕਿਉਂਕਿ ਪਤਾ ਤੁਹਾਨੂੰ ਕਿ ਜੇ ਅਸੀਂ ਏਦਾਂ ਨਹੀਂ ਕਰਾਂਗੇ ਤਾਂ ਸਾਡੀ ਜਿਹੜੀ ਜ਼ਿੰਦਗੀ ਹੈ ਉਹ ਖਤਮ ਹੋ ਸਕਦੀ ਹੈ, ਸਾਡੇ ਸਰੀਰ ਦਾ ਨੁਕਸਾਨ ਹੋ ਸਕਦਾ, ਤੁਹਾਨੂੰ ਪਤਾ ਹੁੰਦਾ ਹੈ। ਸੋ ਇਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਵਰਗੇ ਜਿਹੜੇ ਡਾਕਟਰ ਹੋਏ ਨੇ ਨਾ ਸਾਡੇ, ਸਾਨੂੰ ਰਾਜਨੀਤਿਕ ਤੌਰ ਦੇ ਉੱਤੇ, ਸਾਨੂੰ ਧਾਰਮਿਕ ਤੌਰ ਦੇ ਉੱਤੇ, ਬੌਧਿਕ ਤੌਰ ਦੇ ਉੱਤੇ ਜਗਾਉਣ ਲਈ ਸਾਨੂੰ ਸਮੇਂ-ਸਮੇਂ ਤੇ ਆਏ ਨੇ, ਸਾਨੂੰ ਹਲੂਣਾ ਦਿੱਤਾ ਉਹਨਾਂ ਨੇ, ਮੋਢੇ ਤੋਂ ਫੜ ਕੇ ਸਾਨੂੰ ਹਲੂਣਿਆ ਕਿ ਜੇਕਰ ਤੁਸੀਂ ਆਹ ਦਵਾਈ ਨਹੀਂ ਲਓਗੇ ਤਾਂ ਇਹਦੇ ਨਾਲ ਤੁਹਾਡੀ ਜਿਹੜੀ ਹੋਂਦ ਹੈ, ਤੁਹਾਡੀ ਹੋਂਦ ਨੂੰ ਖਤਰਾ, ਤੁਹਾਡੀ ਜ਼ਿੰਦਗੀ ਨੂੰ ਖਤਰਾ, ਤੁਹਾਡੀ ਕੌਮੀਅਤ ਖਤਮ ਹੋ ਜਾਵੇਗੀ। ਤੇ ਬਹੁਤੇ ਜਿਹੜੇ ਸਾਡੇ ਸੰਗਤ ਜੀ ਲੋਕ ਨੇ ਉਹ ਵਿਚਾਰ ਨਹੀਂ ਕਰਦੇ ਇਹਨਾਂ ਗੱਲਾਂ ਦੇ ਉੱਤੇ। ਉਹ ਠੀਕ ਹੈ ਕਿ ਆਪਣੇ ਕਾਰੋਬਾਰਾਂ ਦੇ ਵਿੱਚ ਲੱਗੇ ਹੋਏ ਨੇ, ਉਹਨਾਂ ਦਾ ਇੱਕ ਤਰ੍ਹਾਂ ਦਾ ਮਕਸਦ ਜਿਹੜਾ ਹੈ ਕਿ ਉਹ ਅਸੀਂ ਆਪਣੀ ਜ਼ਿੰਦਗੀ ਨੂੰ ਤੋਰੀ ਫੁਲਕੇ ਤੱਕ, ਗੱਡੀਆਂ ਤੱਕ, ਘਰ ਤੱਕ, ਘਰ ਤੋਂ 2 ਘਰਾਂ ਤੱਕ, 2 ਘਰਾਂ ਤੋਂ ਵੱਡੇ ਘਰ ਤੱਕ ਅਸੀਂ ਕਿਵੇਂ ਫੈਲਾਈਏ, ਕਿਵੇਂ ਆਪਣੇ ਉਹਨੂੰ ਐਮਪਾਇਰ ਮੰਨਦੇ ਨੇ ਉਹ ਆਪਣਾ, ਕਿ ਇਹ ਸਾਡਾ ਐਮਪਾਇਰ ਆ, ਸਾਡੀ ਬਾਦਸ਼ਾਹਤ ਹੈ, ਅਸੀਂ ਜਿੱਥੇ ਵੀ ਜਾਵਾਂਗੇ ਅਸੀਂ ਡਾਲਰ ਦੇ ਸਹਾਰੇ ਜਿਹੜਾ ਹੈ ਇਸ ਦੁਨੀਆ ਦੇ ਵਿੱਚ ਨਾਮਣਾ ਖੱਟ ਲਵਾਂਗੇ। ਉਹ ਉਸ ਨੂੰ ਆਪਣੀ ਹੋਂਦ ਮੰਨਦੇ ਆ। ਪਰ ਕੀ ਹੈ ਕਿ ਜਦੋਂ ਅਸੀਂ ਸਮੂਹਿਕ ਤੌਰ ਦੇ ਉੱਤੇ ਅਸੀਂ ਆਪਣੇ ਵੱਡੇ ਵਡੇਰਿਆਂ ਦੇ ਜਾਂ ਆਪਣੇ ਗੁਰੂ ਸਾਹਿਬਾਂ ਦੇ ਪਾਏ ਹੋਏ ਜਿਹੜੇ ਪੂਰਨੇ ਨੇ, ਉਹਨਾਂ ਵੱਲੋਂ ਕੀਤੀਆਂ ਹੋਈਆਂ ਕੁਰਬਾਨੀਆਂ ਨੇ ਜਾਂ ਉਹਨਾਂ ਵੱਲੋਂ ਜਿਹੜੇ ਦੱਸੇ ਹੋਏ ਮਾਰਗ ਨੇ, ਉਹਨਾਂ ਬਾਰੇ ਅਸੀਂ ਜਦੋਂ ਵਿਚਾਰ ਚਰਚਾ ਕਰਦੇ ਨਾ, ਉਦੋਂ ਸਾਡੀ ਸੋਚ ਜਿਹੜੀ ਹੈ ਇੱਕ ਵਿਕਸਿਤ ਹੁੰਦੀ ਹੈ। ਉਹ ਸਾਡੀ ਸੋਚ ਜਿਹੜੀ ਹੈ ਸਾਨੂੰ ਮੌਜੂਦਾ ਜਿਹੜੀ ਦਸ਼ਾ ਹੈ, ਸਾਨੂੰ ਜਿਹੜੀ ਕੈਪੀਟਲਿਸਟ ਨੇ ਦਿੱਤੀ ਹੈ ਸਾਨੂੰ ਸੋਚਣੀ ਕਿ ਆਪਣੇ ਘਰ ਨੂੰ ਕਿਵੇਂ ਬਚਾਉਣਾ, ਆਪਣੇ ਖਰਚੇ ਕਿਵੇਂ ਕੱਢਣੇ ਆ, ਬਿੱਲਾਂ ਦਾ ਭੁਗਤਾਨ ਕਿਵੇਂ ਕਰਨਾ, ਸਾਨੂੰ ਉਹ ਜਿਹੜੀ ਗੁਰੂ ਸਾਹਿਬ ਦੀ ਸੋਚ ਸਾਨੂੰ ਦਿੱਤੀ ਹੋਈ ਹੈ ਨਾ, ਉਹ ਸਾਨੂੰ ਮੌਜੂਦਾ ਜਿਹੜੀ ਕੈਪੀਟਲਿਜ਼ਮ ਦੀ ਸੋਚ ਹੈ ਉਹਦੇ ਤੋਂ ਨਖੇੜਦੀ ਹੈ। ਇਹ ਜਿਹੜਾ ਨਖੇੜਾ ਹੈ ਇਹ ਸਾਡੇ ਮੌਜੂਦਾ ਜਿਹੜੀ ਤਣਾਅ ਸਾਡੇ ਅਸੀਂ ਲੈ ਕੇ ਜੀ ਰਹੇ ਹਾਂ, ਜੋ ਮੌਜੂਦਾ ਟਕਰਾਅ ਸਾਡਾ, ਉਹਦੀ ਜਨਮਦਾਤਾ, ਉਹਦੀ ਜੜ ਹੈ। ਕਿਉਂਕਿ ਜੇ ਅਸੀਂ ਇਸ ਤਰੀਕੇ ਨਾਲ ਗੁਰੂ ਸਾਹਿਬ ਦੀ ਸੋਚ ਨੂੰ ਪਰਨਾਏ ਜਾਂਦੇ ਜਾਂ ਉਹ ਸੋਚ ਧਾਰਨ ਕਰਦੇ ਹਾਂ ਤਾਂ ਉਹਦੇ ਨਾਲ ਉਹਦੀ ਦੁਕਾਨ ਨੂੰ ਖਤਰਾ ਪੈਦਾ ਹੁੰਦਾ।
ਉਹਦੀ ਜਿਹੜੀ ਬਨੌਟੀ ਪ੍ਰਭੂ ਸਤਾ ਹੈ, ਉਹਨੂੰ ਵੰਗਾਰ ਪਾਈ ਜਾਂਦੀ ਹੈ, ਪੈ ਜਾਂਦੀ ਹੈ ਆਪਣੇ ਆਪ ਦੇ ਵਿੱਚ। ਸਾਡਾ ਟਕਰਾਅ ਸ਼ੁਰੂ ਹੋ ਜਾਂਦਾ ਉੱਥੇ। ਸੋ ਉਹ ਸੋਚ ਦਾ ਜਦੋਂ ਅਸੀਂ ਦੀਪ ਸਿੱਧੂ ਦੇ ਲੈਕਚਰਾਂ ਨੂੰ ਅਸੀਂ ਵਾਚਦੇ ਹਾਂ, ਉਹਨਾਂ ਨੂੰ ਸੁਣਨ ਲੱਗਦੇ ਹਾਂ, ਤਾਂ ਮੈਨੂੰ ਲੱਗਦਾ ਕਿ ਉਹ ਜਿਹੜਾ ਸਾਡਾ ਵੀਰ ਸੀ ਉਹ ਉਸ ਸੋਚ ਦੇ ਬਹੁਤ ਜ਼ਿਆਦਾ ਨੇੜੇ ਸੀ। ਉਹ ਸੋਚ ਦੇ ਉੱਤੇ ਉਹਨੇ ਚੱਲਣਾ ਸ਼ੁਰੂ ਕਰ ਦਿੱਤਾ ਸੀ ਤੇ ਉਹ ਸੋਚ ਸਿੱਧਾ ਉਸ ਹਕੂਮਤ ਨੂੰ ਜਿਹੜੀ ਹੈ ਵੰਗਾਰ ਪਾਉਂਦੀ ਸੀ। ਜਿਹੜੀ ਹਕੂਮਤ ਨੇ ਕਿਸੇ ਵੀ ਉਸ ਵਿਅਕਤੀ ਨੂੰ ਜਿਹੜਾ ਹੈ, ਮੈਨੂੰ ਲੱਗਦਾ ਵੀ ਸਰੀਰਕ ਤੌਰ ਦੇ ਉੱਤੇ ਜਿਉਂਦਾ ਨਹੀਂ ਰਹਿਣ ਦਿੱਤਾ। ਜਿਹੜਾ ਵਿਅਕਤੀ ਉਹਨਾਂ ਨੂੰ ਲੱਗੇ ਕਿ ਉਹਨਾਂ ਨੂੰ ਉਹ ਸਿੱਧੀ ਵੰਗਾਰ ਪਾ ਰਿਹਾ ਹੈ, ਜਿਨ੍ਹਾਂ ਨੂੰ ਉਸ ਸਮੇਂ ਦੇ ਇਤਿਹਾਸ ਦਾ ਪਤਾ, ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੋਵੇਗਾ ਕਿ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੱਡਰਾਂਵਾਲੇ ਜਦੋਂ ਬੰਗਲਾ ਸਾਹਿਬ ਕਥਾ ਕਰ ਰਹੇ ਸਨ ਤਾਂ ਹਾਲ ਭਰਿਆ ਹੋਇਆ ਸੀਗਾ, ਜਿਹੜਾ ਦਰਬਾਰ ਹਾਲ ਸੀ, ਤੇ ਇੱਕਦਮ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਮੱਥਾ ਟੇਕਣ ਦੇ ਨਾਮ ਥੱਲੇ ਉੱਥੇ ਦਰਬਾਰ ਹਾਲ ਦੇ ਵਿੱਚ ਪ੍ਰਵੇਸ਼ ਕਰਦੀ ਹੈ ਤੇ ਸਾਰਾ ਹਾਲ ਸੀ ਜਿਹੜਾ, ਉੱਥੇ ਸਿੱਖ ਲੋਕ ਉੱਥੇ ਕਥਾ ਸੁਣ ਰਹੇ ਸਨ, ਤਾਂ ਉਹਨਾਂ ਦਾ ਧਿਆਨ ਪਿੱਛੇ ਗਿਆ ਤਾਂ ਉਹ ਇੱਕਦਮ ਖੜੇ ਹੋ ਕੇ, ਪ੍ਰਧਾਨ ਮੰਤਰੀ ਸੀ, ਉਹਦੀ ਚਾਪਲੂਸੀ ਕਰਨ ਲੱਗ ਪਏ। ਤਾਂ ਸੰਤਾਂ ਨੇ ਉਸ ਵੇਲੇ ਇੱਕ ਗੱਲ ਵੰਗਾਰ ਕੇ ਕਹੀ ਸਿੱਖਾਂ ਨੂੰ ਕਿ ਸਿੱਖੋ, ਇਹ ਦੁਨਿਆਵੀ ਜਿਹੜੀਆਂ ਤਾਕਤਾਂ ਨੇ ਇਹ ਸਦੀਵੀ ਨਹੀਂ ਹੁੰਦੀਆਂ। ਤੁਸੀਂ ਜਿਹੜੀ ਸਦੀਵ ਤਾਕਤ ਹੈ ਉਸ ਦੇ ਚਰਨਾਂ ਦੇ ਵਿੱਚ ਬੈਠੇ ਹੋ ਤੇ ਤੁਸੀਂ ਉਹਦੇ ਤੋਂ ਮੂੰਹ ਭਵਾ ਕੇ ਇੱਕ ਦੁਨਿਆਵੀ ਤਾਕਤ ਵੱਲ ਜਿਹੜੀ ਛਿਣ ਭੰਗਰਦੀ ਆ, ਪਤਾ ਨਹੀਂ ਅੱਜ ਹੈ ਕੱਲ ਨੂੰ ਨਹੀਂ ਹੋਣੀ, ਤੇ ਤੁਸੀਂ ਉਹਦੇ ਪਿੱਛੇ ਤੁਸੀਂ ਚਾਪਲੂਸੀ ਕਰ ਰਹੇ ਹੋ, ਤਾਂ ਇਹ ਗੱਲ ਤੁਹਾਡੇ ਲਈ ਚੰਗੀ ਨਹੀਂ। ਇਹ ਗੱਲ ਇੰਦਰਾ ਗਾਂਧੀ ਦੀ ਮੌਜੂਦਗੀ ਦੇ ਵਿੱਚ ਕਹੀ ਗਈ ਸੀ। ਸੋ ਮੈਨੂੰ ਲੱਗਦਾ ਕਿ ਉਹ ਤੋਂ ਇਹ ਬਹੁਤ ਉਸ ਵੇਲੇ ਵੱਡੀ ਗੱਲ ਸੀ, ਕਿਉਂਕਿ ਉਹ ਤਾਕਤ ਦੀ ਜਿਹੜੀ ਇੱਕ ਵੱਡੀ ਮੁਜ਼ਾਹਰਾਕਾਰੀ ਧਿਰ ਸੀ, ਉਹਦੀ ਨੁਮਾਇੰਦਗੀ ਕਰ ਰਹੀ ਸੀ ਉਸ ਵੇਲੇ ਇੰਦਰਾ ਗਾਂਧੀ। ਸੋ ਉਸ ਤਾਕਤ ਨੂੰ ਸੌਖਿਆਂ ਸ਼ਬਦਾਂ ਦੇ ਵਿੱਚ ਇੱਕ ਦਮਦਮੀ ਟਕਸਾਲ ਦੇ ਮੁਖੀ ਨੇ ਜਦੋਂ ਇਸ ਤਰੀਕੇ ਨਾਲ ਸੰਗਤਾਂ ਦੇ ਸਨਮੁਖ ਕਿਹਾ ਉਹਨਾਂ ਨੇ, ਤਾਂ ਉਸ ਤੋਂ ਕੁਝ ਦਿਨਾਂ ਬਾਅਦ ਹੀ ਉਹਨਾਂ ਦਾ ਜਿਹੜਾ ਹੈ ਐਕਸੀਡੈਂਟ ਹੋ ਜਾਂਦਾ। ਉਹ ਕਿਵੇਂ ਹੋਇਆ, ਮਤਲਬ ਬੜੀ ਸਾਡੇ ਲਈ ਵੀ ਗੱਲ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਅਸੀਂ ਉਸ ਵੇਲੇ ਉਹਨਾਂ ਗੱਲਾਂ ਦੇ ਉੱਤੇ ਵਿਚਾਰ ਕਿਉਂ ਨਹੀਂ ਕੀਤਾ, ਉਹਨਾਂ ਗੱਲਾਂ ਨੂੰ ਅਸੀਂ ਆਪਣੇ ਵਿਚਾਰ ਅਧੀਨ ਕਿਉਂ ਨਹੀਂ ਲਿਆਂਦਾ, ਕਿ ਕਿਉਂ ਨਹੀਂ ਇਸ ਗੱਲ ਦੇ ਉੱਤੇ ਉਸ ਵੇਲੇ ਸ਼ੰਕੇ ਖੜੇ ਕੀਤੇ। ਸੋ ਹੁਣ ਜੇ ਇਦਾਂ ਦੀ ਗੱਲ ਹੋਈ ਆ ਸਾਡੇ ਕਿਸੇ ਵੀਰ ਨੂੰ ਜਿਹੜਾ ਸਿੱਖੀ ਦੀ ਆਜ਼ਾਦ ਹਸਤੀ, ਆਪਣੀ ਹੋਂਦ, ਆਪਣੇ ਵਜੂਦ ਦੀ ਗੱਲ ਕਰਦਾ ਸੀ, ਜੇ ਉਸ ਵੀਰ ਦਾ ਕਿਸੇ ਇਹੋ ਜਿਹੀ ਘਟਨਾ ਦੇ ਵਿੱਚ ਅੰਤ ਕੀਤਾ ਜਾਂਦਾ, ਉਸ ਨੂੰ ਨੁਕਸਾਨ ਪਹੁੰਚਾਇਆ ਜਾਂਦਾ, ਤਾਂ ਨਿਰਸੰਦੇਹ ਅੱਜ ਕਿਉਂਕਿ ਚੇਤਨਾ ਦਾ ਯੁੱਗ ਹੈ, ਸੋਸ਼ਲ ਮੀਡੀਆ ਦੇ ਰਾਹੀਂ ਇੰਨੀ ਚੇਤਨਾ ਇੱਧਰ ਖਬਰਾਂ ਆ ਰਹੀਆਂ ਨੇ, ਖਬਰਾਂ ਜਾ ਰਹੀਆਂ ਨੇ, ਤਾਂ ਉਹਦੇ 'ਚ ਜੇ ਅਸੀਂ ਅਜਿਹੀ ਗੱਲ ਕਰਦੇ ਹਾਂ ਤਾਂ ਸਾਡਾ ਬਿਲਕੁਲ ਇਹ ਹੱਕ ਵੀ ਹੈ ਤੇ ਸਾਡਾ ਫਰਜ਼ ਵੀ ਬਣਦਾ ਕਿ ਅਸੀਂ ਇਸ ਸਬੰਧ ਦੇ ਵਿੱਚ ਜਿਹੜੀਆਂ ਹੈ ਨੇ ਉਹ ਗੱਲਾਂ ਕਰੀਏ, ਵਿਚਾਰ ਵਟਾਂਦਰੇ ਕਰੀਏ। ਤੇ ਹੁਣ ਬਹੁਤ ਸਾਰੇ ਵੀਰ ਜਿਹੜੇ ਭੋਗ ਤੇ ਗਏ, ਲੱਖਾਂ ਦੀ ਗਿਣਤੀ ਦੇ ਵਿੱਚ ਅਸੀਂ ਇਕੱਠ ਦੇਖਿਆ, ਉੱਥੇ ਕੁਝ ਵੀਰ ਨਾਰਾਜ਼ ਵੀ ਹੋ ਜਾਂਦੇ ਨੇ ਕਿ ਇਹੋ ਜਿਹਾ ਕੋਈ ਪ੍ਰੋਗਰਾਮ ਦੇਣਾ ਚਾਹੀਦਾ ਸੀ, ਇਸ ਤਰ੍ਹਾਂ ਦਾ ਚੱਲਣਾ ਚਾਹੀਦਾ ਸੀ, ਉਸ ਤਰ੍ਹਾਂ ਦਾ ਚੱਲਣਾ ਚਾਹੀਦਾ ਸੀ। ਅੱਜ ਸਭ ਤੋਂ ਵੱਡਾ ਤੁਹਾਡੇ ਸਾਹਮਣੇ ਪ੍ਰੋਗਰਾਮ ਜਿਹੜਾ ਹੈ ਉਹ ਹੈ ਕਿ ਆਪਣੀ ਸੋਚ ਜਿਹੜੀ ਹੈ ਉਹਨੂੰ ਅਸੀਂ ਪਕੇਰਿਆਂ ਕਰੀਏ। ਜਦੋਂ ਅਸੀਂ ਉਸ ਸੋਚ ਦੇ ਧਾਰਨੀ ਹੋ ਜਾਂਦੇ ਆ ਨਾ, ਅੱਜ ਦੀਪ ਸਿੱਧੂ ਆਇਆ ਸੀ, ਦੀਪ ਸਿੱਧੂ ਬਾਰੇ ਬਹੁਤ ਸਾਰੇ ਸਵਾਲ ਪੈਦਾ ਕੀਤੇ ਗਏ ਉਸ ਵੇਲੇ, ਹੁਣ ਤਾਂ ਸਵਾਲ ਕੋਈ ਰਿਹਾ ਨਹੀਂ ਨਾ, ਉਹ ਮਰ ਕੇ ਉਹ ਸਾਰੇ ਸਵਾਲ ਖਤਮ ਕਰ ਗਿਆ, ਉਹਨਾਂ ਦੇ ਪਾਣੀ ਫੇਰ ਗਿਆ। ਭਵਿੱਖ ਦੇ ਵਿੱਚ ਬਹੁਤ ਸਾਰੇ ਵਿਅਕਤੀ ਇਹੋ ਜਿਹੇ ਆਉਣਗੇ ਦੀਪ ਸਿੱਧੂ ਵਰਗੇ, ਬਹੁਤ ਸਾਰੇ ਦੀਪ ਉਜਾਗਰ ਹੋਣਗੇ, ਬਣਨਗੇ ਸਾਨੂੰ ਰੌਸ਼ਨੀ ਦੇਣ ਦੇ ਲਈ, ਪਰ ਉਹ ਕੁਝ ਗੱਲਾਂ ਨੇ ਜਿਹੜੀਆਂ ਮਾਪਦੰਡ ਨੇ ਉਹ ਤੈਅ ਕਰ ਗਿਆ। ਉਹ ਤੈਅ ਕਰ ਗਿਆ ਕਿ ਜਦੋਂ ਤੱਕ ਤੁਹਾਡੇ ਕੋਲ ਕੋਈ ਸਬੂਤ ਨਹੀਂ, ਜਦੋਂ ਤੱਕ ਤੁਹਾਡੇ ਕੋਲ ਅਜਿਹੀਆਂ ਕੋਈ ਗੱਲਾਂ ਨਹੀਂ, ਉਦੋਂ ਤੱਕ ਤੁਸੀਂ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਇਹ ਸਟੈਂਪ ਨਹੀਂ ਲਾ ਸਕਦੇ ਕਿ ਇਹ ਏਜੰਸੀਆਂ ਦਾ ਬੰਦਾ ਜਾਂ ਇਹ ਪਲਾਂਟਡ ਹੈ। ਇਹ ਗੱਲ ਤੈਅ ਕਰ ਗਿਆ ਉਹ। ਤੇ ਮੈਨੂੰ ਲੱਗਦਾ ਤੁਸੀਂ ਸਾਰੇ ਸਮਝਦਾਰ ਹੀ ਹੋਵੋਗੇ ਕਿ ਹੁਣ ਅੱਗੇ ਤੋਂ
ਵੀ ਕੋਈ ਵਿਅਕਤੀ ਕੋਈ ਅਜਿਹੀ ਗੱਲ ਕਰੇਗਾ ਨਾ ਜਦੋਂ ਕਿ ਜਿਹੜਾ ਤੁਹਾਡੀ ਹੋਂਦ ਆਪਣਾ ਘਰ ਤਬਾਹ ਕਰਕੇ ਆਪਣਾ ਆਪ ਤਬਾਹ ਕਰਕੇ ਜਦੋਂ ਤੁਹਾਡੀ ਗੱਲ ਕਰੇਗਾ ਕੋਈ ਵਿਅਕਤੀ, ਤਾਂ ਤੁਸੀਂ ਕਿਸੇ ਆਪਣੇ ਖਾਸ ਬੰਦੇ ਨੂੰ ਜਾਂ ਆਪਣੇ ਮਿਲਣ ਵਾਲੇ ਨੂੰ ਇਹ ਸਵਾਲ ਨਹੀਂ ਕਰੋਗੇ ਕਿ ਯਾਰ ਜਤਿੰਦਰ ਸਿੰਘ ਕਿੱਦਾਂ ਦਾ ਬੰਦਾ, ਜਾਂ ਭਾਈ ਤਰਲੋਚਨ ਸਿੰਘ ਕਿੱਦਾਂ ਦਾ ਬੰਦਾ, ਸੁਰਿੰਦਰ ਸਿੰਘ ਕਿੱਦਾਂ ਦਾ ਬੰਦਾ। ਮੈਨੂੰ ਲੱਗਦਾ ਵੀ ਇੰਨੀ ਤਾਂ ਸ਼ਰਮ ਹੁਣ ਆਪਾਂ ਨੂੰ ਆਊਗੀ। ਤੇ ਉਹ ਸਾਰੇ ਸਾਨੂੰ ਜਿੱਥੇ ਇੰਨੇ ਅਖਾਣ ਦੇ ਕੇ ਗਿਆ ਕੌਮ ਨੂੰ ਆਪਣੇ ਭਾਸ਼ਣਾਂ ਦੇ ਰਾਹੀਂ, ਆਪਣੇ ਲਾਈਵ ਇੰਟਰਵਿਊ ਦੇ ਰਾਹੀਂ, ਆਪਣੇ ਵਿਚਾਰਾਂ ਦੇ ਰਾਹੀਂ, ਮੈਨੂੰ ਲੱਗਦਾ ਕਿ ਉੱਥੇ ਉਹ ਬੋਲ ਕੇ ਨਹੀਂ ਦੱਸ ਕੇ ਗਿਆ। ਇਹ ਦੋ ਗੱਲਾਂ ਉਹ ਜ਼ਰੂਰ ਦੱਸ ਗਿਆ ਸਾਨੂੰ ਕਿ ਇੱਕ ਅਸੀਂ ਜ਼ਾਬਤੇ ਦੇ ਵਿੱਚ ਕਿਵੇਂ ਰਹਿਣਾ, ਤੇ ਇੱਕ ਅਸੀਂ ਵਿਅਕਤੀ ਦੀ ਚੋਣ ਕਿਵੇਂ ਕਰਨੀ ਹੈ, ਅਸੀਂ ਵਿਅਕਤੀ ਨੂੰ ਪਛਾਣਨਾ ਕਿਵੇਂ ਹੈ। ਉਹ ਸੋਚ ਦੀ ਗੱਲ ਤੋਂ ਹੀ ਅਸੀਂ ਕਿਸੇ ਵਿਅਕਤੀ ਨੂੰ ਪਛਾਣ ਸਕਦੇ ਹਾਂ। ਜਦੋਂ ਕੋਈ ਖਾਲਸਾ ਰਾਜ ਦੀ ਗੱਲ ਹੁੰਦੀ ਹੈ ਜਾਂ ਕੋਈ ਆਜ਼ਾਦ ਤੌਰ ਦੇ ਉੱਤੇ ਅੱਗੇ ਹੋ ਕੇ ਖਾਲਸਾ ਰਾਜ ਦੀ ਗੱਲ ਕਰਨ ਲੱਗਦਾ, ਤਾਂ ਅਸੀਂ ਸਾਡੇ ਕਈ ਵਿਚਾਰ ਬਜ਼ੁਰਗ ਲੋਕ ਜਾਂ ਭੈਣਾਂ ਸਾਡੀਆਂ ਜਾਂ ਕੋਈ ਉਹ ਬਾਅਦ ਤੋਂ ਫੜ ਕੇ ਕਹਿੰਗੇ ਨਹੀਂ ਯਾਰ 84 ਦੁਬਾਰਾ ਕਰਾਓਗੇ ਤੁਸੀਂ, ਇਹ ਡਰੋ ਯਾਰ, ਧਿਆਨ ਨਾਲ ਚੱਲੋ, ਦਿਮਾਗ ਨਾਲ ਚੱਲੀਦਾ ਹੁੰਦਾ। ਕਿੱਦਾਂ ਦੇ ਵਿਚਾਰ ਨੇ ਉਹਨਾਂ ਦੇ। ਇਹ ਜਿਹੜਾ 84 ਦਾ ਡਰ ਹੈ, ਜਿਹੜੀ ਦਹਿਸ਼ਤ ਹੈ, ਇਹ ਤਾਂ ਸਰਕਾਰ ਨੇ ਸਾਡੇ ਇੱਕ ਸਾਈਨ ਬੋਰਡ ਸਾਡੇ ਦਿਮਾਗ ਦੇ ਵਿੱਚ ਲਾ ਦਿੱਤਾ ਕਿ ਐ ਸਿੱਖਾ, ਜੇ ਤੂੰ ਆਪਣੀ ਹੋਂਦ ਦੀ ਗੱਲ ਕਰੇਗਾ ਤਾਂ ਤੇਰਾ ਹਾਲ ਆ ਕੀਤਾ ਜਾਏਗਾ। ਤੇਰਾ ਜਿਹੜਾ ਰਾਜਨੀਤਿਕ ਪ੍ਰਭੂ ਸੱਤਾ ਦਾ ਮਹਾਨ ਕੇਂਦਰ ਆ ਉਹਨੂੰ ਢਾ ਦਿੱਤਾ ਜਾਏਗਾ, ਤੇ ਉਸ ਪ੍ਰਭੂ ਸੱਤਾ ਦੇ ਕੇਂਦਰ ਦੀ ਰੱਖਿਆ ਕਰਨ ਵਾਲਿਆਂ ਨੂੰ ਇਸ ਤਰ੍ਹਾਂ ਝੂਠੇ ਮੁਕਾਬਲਿਆਂ ਦੇ ਵਿੱਚ ਗੋਲੀਆਂ ਮਾਰ ਕੇ ਤਸ਼ੱਦਦ ਕਰਕੇ ਮਾਰ ਦਿੱਤਾ ਜਾਏਗਾ। ਤੇ ਉਸ ਰਾਜਨੀਤਿਕ ਪ੍ਰਭੂ ਸੱਤਾ ਦਾ ਜਿਹੜਾ ਚਿੰਨ੍ਹ ਆ ਤੇਰਾ, ਉਹਦੀ ਗੱਲ ਕਰਨ ਵਾਲਿਆਂ ਦੀਆਂ ਧੀਆਂ ਭੈਣਾਂ ਉਹਦੀਆਂ ਮਾਵਾਂ ਦੇ ਨਾਲ ਇਸ ਤਰ੍ਹਾਂ ਬੇਪਤੀ ਕੀਤੀ ਜਾਏਗੀ। ਉਹਨੇ ਸਾਈਨ ਬੋਰਡ ਲਾ ਦਿੱਤਾ, ਜਿਵੇਂ ਲਾਇਆ ਹੁੰਦਾ ਨਾ ਕਿ ਅੱਗੇ ਰਾਹ ਬੰਦ ਹੈ ਜਾਂ ਵਰਕਰ ਨੇ ਜਿਹੜੇ ਕੰਮ ਕਰ ਰਹੇ ਨੇ, ਉਸੇ ਤਰ੍ਹਾਂ ਅਸੀਂ ਰਸਤਾ ਬਦਲ ਲੈਂਦੇ ਹਾਂ। ਉਸੇ ਤਰ੍ਹਾਂ ਉਹਨਾਂ ਨੇ ਸਾਈਨ ਬੋਰਡ ਲਾਇਆ ਉੱਥੇ, ਤੇ ਇੱਕ ਸਾਈਨ ਬੋਰਡ ਅਜਿਹਾ ਵੀ ਲਾਇਆ ਕਿ ਐ ਸਿੱਖਾ, ਜੇ ਤੂੰ ਆਪਣੀ ਕੌਮ ਦੇ ਨਾਲ ਗਦਾਰੀ ਕਰੇਗਾ, ਤੇ ਜੇ ਤੂੰ ਆਪਣੀ ਕੌਮ ਦੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਖੂਨ ਦਾ ਜੇ ਤੂੰ ਸੌਦਾ ਕਰਨਾ ਚਾਹੁੰਦਾ, ਤਾਂ ਤੈਨੂੰ ਰਾਜ ਵੀ ਦੇ ਸਕਦੇ ਹਾਂ ਅਸੀਂ, ਤੈਨੂੰ ਕੋਈ ਅਹੁਦਾ ਵੀ ਦੇ ਸਕਦੇ ਹਾਂ। ਦੋ ਸਾਈਨ ਬੋਰਡ ਲਾਏ ਨੇ। ਸੋ ਜਿਹੜਾ ਬਜ਼ੁਰਗ ਜਾਂ ਜਿਹੜੀ ਮਾਤਾ ਜਾਂ ਭੈਣ ਜਾਂ ਜੇ ਕੋਈ ਪੜ੍ਹਿਆ ਲਿਖਿਆ ਕਹਾਉਣ ਵਾਲਾ ਬੰਦਾ ਆਪਣੇ ਆਪ ਨੂੰ ਸਾਡੀ ਬਾਂਹ ਫੜ ਕੇ ਕਹਿੰਦਾ 84 ਕਰਾਏਗਾ ਦੁਬਾਰਾ, ਤੈਨੂੰ ਪਤਾ ਨਹੀਂ 84 ਚ ਕੀ ਹੋਇਆ ਸੀ। ਉਹ ਜਿਹੜਾ ਸਰਕਾਰ ਨੇ ਸਾਡੇ ਦਿਮਾਗ ਦੇ ਵਿੱਚ ਸਾਈਨ ਬੋਰਡ ਲਾਇਆ ਉਹਨੂੰ ਪੜ੍ਹ ਕੇ ਬੋਲ ਰਿਹਾ ਕਿ ਅੱਗੇ ਰਸਤਾ ਬੰਦ ਹੈ, ਰਾਹ ਬਦਲ ਲੈ। ਦੀਪ ਸਿੱਧੂ ਦੇ ਵਿੱਚ ਇਹ ਖਾਸ ਗੱਲ ਸੀ ਕਿ ਉਹਨੇ ਆਪਣੇ ਦਿਮਾਗ ਦੇ ਵਿੱਚੋਂ ਸਾਈਨ ਬੋਰਡ ਪੱਟ ਕੇ ਸੁੱਟਿਆ ਸਭ ਤੋਂ ਪਹਿਲਾਂ। ਉਸੇ ਸਿਸਟਮ ਦੇ ਵਿੱਚ ਰਹਿੰਦਾ ਹੋਇਆ, ਉਸੇ ਪ੍ਰੋਫੈਸ਼ਨ ਦੇ ਵਿੱਚ ਕੰਮ ਕਰਦਾ ਹੋਇਆ, ਜਿਹੜਾ ਸਾਡੇ ਖਿਲਾਫ ਚੱਲ ਰਿਹਾ, ਜਿਹੜਾ ਸਾਡੇ ਉੱਤੇ ਹਮਲਾਵਰ ਹੈ, ਜਿਹੜਾ ਸਾਡੇ ਵਿਰੁੱਧ ਸੰਦ ਦੇ ਤੌਰ ਦੇ ਉੱਤੇ ਵਰਤਿਆ ਜਾ ਰਿਹਾ, ਉਸੇ ਸਿਸਟਮ ਦੇ ਵਿੱਚੋਂ ਉਸੇ ਖੇਤਰ ਦੇ ਵਿੱਚੋਂ ਉੱਠ ਕੇ ਉਹਨੇ ਉਹ ਸਾਈਨ ਬੋਰਡ ਦੀ ਪਹਿਚਾਣ ਕੀਤੀ ਸਭ ਤੋਂ ਪਹਿਲਾਂ। ਐਸੇ ਕਰਕੇ ਨੌਜਵਾਨ ਪਿਆਰ ਕਰਦਾ ਨਾ ਉਹਨੂੰ, ਐਸੇ ਕਰਕੇ ਹਰ ਅੱਖ ਰੋਈ ਹੈ, ਕਿਉਂਕਿ ਉਹਨੇ ਵੱਖਰੀ ਗੱਲ ਕੀਤੀ। ਉਹਨੇ ਉਸ ਮਾਹੌਲ ਦੇ ਵਿੱਚ ਰਹਿ ਕੇ, ਉਸ ਮਾਹੌਲ ਦੇ ਵਿੱਚ ਵਿਚਰਦਿਆਂ ਹੋਇਆਂ ਉਹ ਗੱਲ ਕੀਤੀ ਜਿਹੜੀ ਅਸੀਂ ਕਰ ਨਹੀਂ ਸਕਦੇ ਸੀ, ਸਾਡੇ ਤੋਂ ਕੀਤੀ ਨਹੀਂ ਗਈ, ਉੱਥੇ ਕੀਤੀ ਨਹੀਂ ਗਈ। ਸਾਡੇ ਕੋਲ ਪਤਾ ਸੀ ਕਿ ਇਹ ਰਾਹ ਬੰਦ ਕੀਤਾ ਹੋਇਆ, ਬੋਰਡ ਲਾਇਆ ਹੋਇਆ ਸੀ ਅਸੀਂ ਵੀ ਆਪਣੇ ਦਿਮਾਗ ਦੇ ਵਿੱਚ, ਪਰ ਇਹ ਉਸ ਨੌਜਵਾਨ ਦੀ, ਉਸ ਵੀਰ ਦੀ ਇਹ ਵਿਲੱਖਣਤਾ ਸੀ। ਇਹ ਸੈਕੰਡਰੀ ਚੀਜ਼ਾਂ ਨੇ ਕਿ ਉਹ ਹਲੇ ਤਿਆਰ ਨਹੀਂ ਸੀ ਸਰੀਰਕ ਰੂਪ ਦੇ ਵਿੱਚ, ਚਿਹਰੇ ਦੇ ਰੂਪ ਦੇ ਵਿੱਚ। ਇਹ ਸੈਕੰਡਰੀ ਚੀਜ਼ਾਂ ਨੇ। ਥਾਟ ਪ੍ਰੋਸੈਸ ਆ ਜਿਹੜਾ, ਜਿੱਥੋਂ ਤੁਹਾਨੂੰ ਬਾਂਹ ਫੜ ਕੇ, ਉਂਗਲ ਫੜ ਕੇ ਲੈ ਕੇ ਜਾਣਾ ਸ਼ੁਰੂ ਕਰ ਦਿੰਦਾ, ਜਿੱਥੇ ਤੁਹਾਡੀ ਸੋਚ ਘੜੀ ਜਾਣੀ ਸ਼ੁਰੂ ਹੁੰਦੀ ਹੈ, ਉਸ ਪ੍ਰੋਸੈਸ ਨੂੰ ਦੇਖੋ ਕਿ ਉਹ ਕਿੱਥੋਂ ਚੱਲਦਾ ਹੋਇਆ, ਕਿਹੜੀ ਬਾਤ ਪਾਉਂਦਾ ਹੋਇਆ, ਕਿਸ ਮੁਕਾਮ ਤੇ ਪਹੁੰਚ ਰਿਹਾ, ਉਹਨੂੰ ਪੁੱਛਣਾ ਪਏਗਾ। ਸੋ ਜਿੱਥੇ ਦੀਪ ਸਿੱਧੂ ਉਸ
ਸਿਸਟਮ ਦੇ ਘੜੇ ਹੋਏ ਤਿਆਰ ਕੀਤੇ ਹੋਏ ਸਾਈਨ ਬੋਰਡ ਨੂੰ ਪੱਟ ਕੇ ਬਾਹਰ ਸੁੱਟਦਾ, ਉਹਦੀ ਵਿਲੱਖਣਤਾ, ਉਹਦੀ ਖਾਸੀਅਤ ਉਸੇ ਦੇ ਵਿੱਚ ਲੁਕੀ ਹੋਈ ਹੈ। ਸੋ ਇਹੋ ਹੀ ਪ੍ਰੋਗਰਾਮ ਹੈ, ਸਭ ਤੋਂ ਪਹਿਲਾ ਪ੍ਰੋਗਰਾਮ ਇਹੋ ਹੀ ਹੈ। ਇਹਦੇ ਤੋਂ ਅੱਗੇ ਜਿਹੜੀ ਨਵੀਂ ਲੀਡਰਸ਼ਿਪ ਆਉਣੀ ਹੈ, ਜਿਸ ਨੇ ਦੀਪ ਸਿੱਧੂ ਦਾ ਸਥਾਨ ਲੈਣਾ, ਜਿਸ ਨੇ ਸ਼ਹੀਦ ਸਿੰਘਾਂ ਦਾ ਭਾਈ ਅਮਰੀਕ ਸਿੰਘ ਜੀ ਹੋਰਾਂ ਦਾ ਜਾਂ ਅੱਗਿਓਂ ਸਾਡੇ ਵੱਡੇ ਬਾਬਾ ਜੀ ਦਾ ਸੰਤ ਜਰਨੈਲ ਸਿੰਘ ਜੀ ਦਾ ਸਥਾਨ ਹਾਸਲ ਕਰਨਾ, ਇਹ ਉਹਨਾਂ ਲਈ ਤਿਆਰ ਕਰਨ ਵਾਸਤੇ ਜ਼ਰੂਰੀ ਸੀ। ਸਾਨੂੰ ਉਹਨਾਂ ਦੇ ਚਰਨਾਂ 'ਚ ਬਿਠਾਉਣ ਲਈ ਇਹ ਜਿਹੜੀ ਸੋਚ ਤਿਆਰ ਕਰਨੀ ਸੀ ਕਿ ਇਹ ਸਾਈਨ ਬੋਰਡ ਪੁੱਟਣ ਦੀ ਜਿਹੜੀ ਗੱਲ ਸੀ, ਇਹ ਜ਼ਰੂਰੀ ਸੀ। ਦੇਖਿਆ ਅਸੀਂ ਕਿ ਵੱਡੇ ਵੱਡੇ ਬੰਦੇ ਮਰੇ ਨੇ ਉੱਥੇ, ਵੱਡੇ ਵੱਡੇ ਬੰਦਿਆਂ ਦੀਆਂ ਘਰ ਵਾਲੀਆਂ ਵੀ ਮਰੀਆਂ ਨੇ ਉੱਥੇ। ਸਰਕਾਰੀ ਤੌਰ ਦੇ ਉੱਤੇ ਸਕੂਲ ਦੇ ਟੀਚਰਾਂ ਨੂੰ ਉਸ ਵੇਲੇ ਛੁੱਟੀਆਂ ਦਿਵਾ ਕੇ ਸਰਕਾਰੀ ਬੱਸਾਂ ਦੇ ਵਿੱਚ ਭਰ ਕੇ ਗੁਰਦੁਆਰਿਆਂ ਤੋਂ ਲੰਗਰ ਤਿਆਰ ਕਰਵਾ ਕੇ ਉੱਥੇ ਇਕੱਠ ਕੀਤੇ ਗਏ, ਪਰ ਨਹੀਂ ਬਣਦੀ ਗੱਲ, ਨਹੀਂ ਬਣੀ ਗੱਲ। ਇਹ ਆਪ ਮੁਹਾਰਾ ਜਲੌ ਜਿਹੜਾ ਸਾਹਿਬ ਸੱਚੇ ਪਾਤਸ਼ਾਹ ਦਾ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜੋ ਕਲਾ ਵਰਤਾਈ ਹੈ ਉੱਥੇ, ਇਸ ਨੂੰ ਬੁਝਣ 'ਚ ਸਾਨੂੰ ਦੇਰ ਨਹੀਂ ਲੱਗਣੀ ਚਾਹੀਦੀ। ਕੁਝ ਗੱਲਾਂ ਨੇ ਜਿਹੜੀਆਂ ਆਮ ਰਵਾਇਤ ਦੇ ਤੌਰ ਦੇ ਉੱਤੇ ਹੁਣ ਸ਼ੁਰੂ ਹੋ ਚੁੱਕੀਆਂ ਸੀ, ਖਾਸ ਕਰਕੇ ਮਿਸ਼ਨਰੀ ਵੀਰਾਂ ਨੇ ਕੀਤੀਆਂ ਸੀ ਸ਼ੁਰੂ। ਉਹਨਾਂ ਨੂੰ ਸਹਿਜ ਸੁਭਾਅ ਉਹਨਾਂ ਨੂੰ ਤੋੜ ਦਿੰਦਾ ਸੀ। ਉਹ ਬੜੇ ਤੀਰ ਛੱਡਦੇ ਨੇ ਉਹ ਵੀਰ। ਜਦੋਂ ਕਲਾ ਵਰਤਣ ਦੀ ਗੱਲ ਕਰਦਾ ਸੀ ਨਾ, ਜਦੋਂ ਸ਼ਹੀਦ ਸਿੰਘਾਂ ਦੇ ਪਹਿਰੇ ਦੀ ਗੱਲ ਕਰਦਾ ਸੀ, ਤਾਂ ਉਹ ਚੀਜ਼ਾਂ ਨੂੰ ਸਹਿਜ ਦੇ ਵਿੱਚ ਇੱਕ ਗੱਲ ਕਹਿ ਕੇ ਇੱਕ ਸ਼ਬਦ ਦੇ ਵਿੱਚ ਤੋੜ ਦਿੰਦਾ ਸੀ। ਉਹ ਟੁੱਟੀਆਂ ਨੇ, ਉਹਨਾਂ ਨੂੰ ਸੱਟਾਂ ਵੱਜੀਆਂ ਨੇ, ਤੇ ਉਹਨਾਂ ਨੂੰ ਸੱਟਾਂ ਵੱਜੀਆਂ ਦਾ ਅੱਜ ਅਸੀਂ ਨਜ਼ਾਰਾ ਵੀ ਦੇਖਦੇ ਹਾਂ। ਉਹ ਪੀੜ ਉਹਨਾਂ ਦੀ ਅਸੀਂ ਮਹਿਸੂਸ ਕਰਦੇ ਹਾਂ। ਉਹਨਾਂ ਨੂੰ ਉਹਦੇ ਜਿਉਂਦੇ ਤੋਂ ਵੀ ਚੀਕਾਂ ਮਾਰਦੇ ਸੀ, ਉਹਦੇ ਚੜ੍ਹਾਈ ਕਰ ਜਾਣ ਤੋਂ ਬਾਅਦ ਵੀ ਚੀਕਾਂ ਹੀ ਮਾਰ ਰਹੇ ਨੇ। ਉਹ ਪਤਾ ਸਾਨੂੰ, ਦੇਖਦੇ ਹਾਂ ਅਸੀਂ। ਇਹ ਉਹਦੀ ਵਿਲੱਖਣਤਾ ਹੈ ਦੀਪ ਸਿੰਘ ਸਿੱਧੂ ਦੀ। ਇਹ ਉਹਦੀ ਖਾਸੀਅਤ ਹੈ। ਸੇਵਾ ਲਈ ਹੈ ਮਹਾਰਾਜ ਨੇ ਉਸ ਕੋਲ। ਇਹ ਨਹੀਂ ਪਤਾ ਹੈ ਕਿ ਕਿਹਦੀ ਸੋਚ ਤੁਹਾਡੇ ਚੋਂ ਬੈਠਿਆਂ ਦੀ, ਕਿਹੜੀ ਮੇਰੀ ਭੈਣ ਦੀ, ਕਿਹੜੀ ਬੀਬੀ ਦੀ ਸੋਚ ਕਦੋਂ ਕਿਵੇਂ ਘੜੀ ਜਾਣੀ ਹੈ। ਇਹ ਘੜੀ ਜਾ ਚੁੱਕੀ ਹੈ, ਉਹਨੇ ਸਾਹਮਣੇ ਕਿਸ ਤਰੀਕੇ ਨਾਲ ਕਿਵੇਂ ਆ ਜਾਣਾ, ਇਹ ਪਤਾ ਨਹੀਂ। ਇਹ ਭੇਤ ਰੱਖਿਆ ਮਹਾਰਾਜ ਨੇ। ਇਹ ਨਿੱਤ ਜਿਹੜੀ ਵਿਕਾਸ ਦੇ ਰਾਹ ਦੇ ਉੱਤੇ ਜਿਹੜੀ ਚੱਲਦੀ ਹੋਈ, ਜਿਹੜੀ ਆਪਣੇ ਆਪ ਨੂੰ ਨਾਪਦੀ ਤਬੋਲਦੀ ਹੈ ਰੋਜ਼, ਤੇ ਅਸੀਂ ਉਸ ਦੇ ਤਹਿਤ ਹੀ ਆਪਣੇ ਆਪ ਨੂੰ ਆਪਣੇ ਪਰਿਵਾਰਾਂ ਤੋਂ ਨਿਖੇੜ ਕੇ ਆਪਣੀ ਕੌਮ ਦੇ ਵਜੂਦ ਬਾਰੇ, ਆਪਣੀ ਕੌਮ ਦੀ ਹੋਂਦ ਬਾਰੇ ਸੋਚਣ ਲੱਗ ਪਏ। ਜਿਹੜੇ ਵੀਰ, ਜਿਹੜੀਆਂ ਭੈਣਾਂ ਦੀਪ ਸਿੱਧੂ ਬਾਰੇ ਸੋਗਮਈ ਨੇ, ਉਦਾਸ ਨੇ, ਤਾਂ ਉਹ ਨਿਰਸੰਦੇਹ ਇੱਕ ਪ੍ਰੋਸੈਸ ਦੇ ਵਿੱਚੋਂ ਲੰਘ ਰਹੇ ਨੇ ਇਸ ਵੇਲੇ। ਉਹ ਆਪਣੇ ਨਿੱਜੀ ਜੀਵਨ ਤੋਂ ਕੌਮੀ ਜੀਵਨ ਵੱਲ ਜਿਹੜਾ ਹੈ ਉਹ ਸਫ਼ਰ ਵੱਲ ਹੋ ਤੁਰੇ ਨੇ। ਸਫ਼ਰ ਸ਼ੁਰੂ ਹੋ ਚੁੱਕਾ ਉਹਨਾਂ ਦਾ। ਇਹ ਦੀਪ ਸਿੱਧੂ ਦੀ ਮੌਤ ਦੀ, ਉਹਦੇ ਜਾਣ ਦੀ, ਇਹ ਇੱਕ ਦੇਣ। ਸ਼ਾਇਦ ਉਹ ਜਿਉਂਦਾ ਹੁੰਦਾ ਹੁਣ ਕਿਤੇ ਲਾਈਵ ਹੋ ਕੇ ਵਿਚਾਰਾ ਕਹਿ ਰਿਹਾ ਹੁੰਦਾ ਕਿ ਮੈਂ ਜੀ ਫਲਾਣੇ ਸੱਜਣ ਦੇ ਮੈਂ ਕਲੈਰੀਫਿਕੇਸ਼ਨ ਦਿੰਦਾ, ਇਹ ਗੱਲ ਐਦਾਂ ਨਹੀਂ, ਇਹ ਗੱਲ ਐਦਾਂ ਨਹੀਂ ਹੈਗੀ, ਮੈਂ ਐਦਾਂ। ਇੱਕ ਜਿਹੜੀ ਗੱਲ ਖਾਸ ਮੈਂ ਸ਼ੁਰੂ 'ਚ ਹੀ ਮਾਫੀ ਮੰਗ ਲਈ ਹੈ ਕਿ ਅੱਜ ਤੋਂ ਬਾਅਦ ਮੈਂ ਉਹ ਨਿੱਜ ਅਤੇ ਕੌਮੀਅਤ ਅਤੇ ਹੋਂਦ ਦੇ ਮਸਲੇ ਦੇ ਉੱਤੇ ਕਿਸੇ ਸਿੱਖ ਦੀ ਵਿਰੋਧਤਾ ਨਹੀਂ ਕਰੂੰਗਾ। ਉਹਨੂੰ ਕੋਈ ਨੁਕਤਾ ਸੁਝਾਅ ਦਿੰਦਾ ਸੀ ਨਾ ਕਿ ਦੀਪ ਇੱਥੇ ਤੇਰੇ ਕੋਲੋਂ ਗਲਤੀ ਹੋ ਗਈ ਹੈ, ਉਹਨੇ ਨਾਲ ਦੀ ਨਾਲ ਲਾਈਵ ਹੋਣਾ, ਕਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਮੇਰੇ ਕੋਲੋਂ ਹੋ ਗਈ ਸੰਗਤ ਜੀ ਗਲਤੀ, ਤੇ ਮੇਰਾ ਭਾਵ ਇਹ ਨਹੀਂ ਸੀ ਪਰ ਮੈਂ ਮਾਫੀ ਮੰਗਦਾ। ਕਿੱਡੀ ਵੱਡੀ ਗੱਲ। ਸਾਡੇ 'ਚ ਇਹ ਗੱਲ ਹੈ ਹੀ ਨਹੀਂ। ਸਾਡੇ ਇਹ ਤਾਂ ਸਿੱਖ 'ਚ ਪਹਿਲਾਂ ਹੋਣੀ ਚਾਹੀਦੀ ਸਭ ਤੋਂ ਗੱਲ। ਤੇ ਮੈਂ ਸੋਚਦਾ ਮੇਰੇ ਨਾਲੋਂ ਵੱਡਾ ਸੀ ਸਿੱਖ ਉਹ ਤਾਂ ਦੀਪ ਸਿੰਘ। ਤੇ ਇਹ ਗੱਲ ਇੱਕ ਚੰਗੇ ਸਿੱਖ ਦੇ ਵਿੱਚ, ਸਿੱਖ ਤਾਂ ਸਿੱਖ ਹੁੰਦਾ, ਚੰਗਾ ਹੋਵੇ ਜਾਂ ਚੰਗਾ ਹੀ ਹੁੰਦਾ ਸਿੱਖ, ਇੱਕ ਸਿੱਖ ਦੇ ਵਿੱਚ ਇਹ ਗੱਲ ਹੋਣੀ ਚਾਹੀਦੀ ਹੈ। ਤੇ ਸਾਨੂੰ ਉਸ ਚੀਜ਼ ਨੂੰ ਆਪਣੇ ਜਿਹੜੇ ਵਿਚਾਰ ਨੇ, ਆਪਣੀ ਸੋਚ ਦਾ ਜਿਹੜਾ ਅੰਗ ਬਣਾ ਲੈਣਾ ਚਾਹੀਦਾ। ਸੋ ਬਹੁਤ ਮੈਂ ਧੰਨਵਾਦ ਕਰਦਾ। ਗੱਲਾਂ ਇੰਨੀਆਂ ਨੇ ਕਿ
ਭਾਈ ਦੀਪ ਸਿੰਘ ਬਾਰੇ ਜਿੰਨੀਆਂ ਮਰਜ਼ੀ ਕਰੀ ਜਾਈਏ, ਤੇ ਇੱਕ ਗੱਲ ਮੈਂ ਆਪਣੇ ਨਿੱਜੀ ਜੀਵਨ ਦੇ ਵਿੱਚੋਂ, ਮੇਰੀ ਕਦੇ ਗੱਲ ਨਹੀਂ ਹੋਈ ਉਸ ਦੇ ਨਾਲ, ਜਦੋਂ ਉਸ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਕਿਸਾਨ ਮੋਰਚੇ ਦੇ ਵਿੱਚ, ਤਾਂ ਮੇਰੇ ਜਿਹੜੇ ਨਿੱਜੀ ਤੌਰ ਤੇ, ਕਿਉਂਕਿ ਪੱਤਰਕਾਰੀ ਮੈਂ ਕੀਤੀ ਦਿੱਲੀ ਦੇ ਵਿੱਚ 12 ਸਾਲ, ਮੂੰਹ ਸਿਰ ਕਟਾਇਆ ਹੋਇਆ ਸੀ ਉਦੋਂ, ਤੇ ਉੱਥੇ ਕੁਝ ਰਿਲੇਸ਼ਨ ਜਾਂ ਕੁਝ ਇਸ ਤਰ੍ਹਾਂ ਦੇ ਜਿਹੜੇ ਸੰਬੰਧ ਸੀ ਪੱਤਰਕਾਰਾਂ ਨਾਲ ਬਣੇ, ਉਹ ਸੋਰਸਾਂ ਦੇ ਰਾਹੀਂ ਮੈਨੂੰ ਪਤਾ ਲੱਗਿਆ ਕਿ ਦੀਪ ਸਿੱਧੂ ਤੇ ਹਮਲਾ ਹੋਣਾ, ਵੀ ਏਦਾਂ ਆਹ ਬੰਦੇ ਮੌਜੂਦ ਸੀ ਮੀਟਿੰਗ ਦੇ ਵਿੱਚ, ਆਹ ਗੱਲਾਂ ਉੱਥੇ ਹੋਈਆਂ ਤੇ ਉਹਨੂੰ ਮਾਰ ਦੇਣਾ। ਬੜਾ ਸੌਖਾ ਕੰਮ ਹੈ ਉੱਥੇ ਸੰਘਰਸ਼ ਦੇ ਵਿੱਚ ਕਿਸੇ ਨੂੰ ਮਾਰ ਦੇਣਾ, ਕਿ ਜੀ ਇਹਨੇ ਤਾਂ ਲਾਲ ਕਿਲੇ ਤੇ ਝੰਡਾ ਚੜਾਤਾ ਤੇ ਇਹਨੇ ਗਲਤ ਕੰਮ ਕਰਤਾ, ਤੇ ਕਿਸਾਨਾਂ ਦਾ ਜਿਹੜਾ ਅੰਦੋਲਨ ਸੀ ਇਹਨੂੰ ਖਤਮ ਕੀਤਾ, ਇਹਨੇ ਕਿਸਾਨਾਂ ਨਾਲ ਗਦਾਰੀ ਕੀਤੀ, ਤੇ ਨੌਜਵਾਨ ਮੁੰਡਿਆਂ 'ਚ ਗੁੱਸਾ ਆ ਗਿਆ ਤੇ ਉਹਨਾਂ ਨੇ ਜੀ ਘੇਰ ਲਿਆ, ਕੁੱਟਮਾਰ ਕੀਤੀ ਤੇ ਉਹ ਜੀ ਹਸਪਤਾਲ 'ਚ ਮਰ ਗਿਆ। ਬੜਾ ਸੌਖਾ ਜਿਹਾ ਕੰਮ ਹੈ। ਤੇ ਇਹ ਪਲੈਨਿੰਗ ਹੋਈ ਉੱਥੇ, ਤੇ ਮੈਂ ਉਹ ਪ੍ਰੋਗਰਾਮ ਕੀਤਾ ਉਹਦੇ ਤੇ ਉਹਨੇ ਸ਼ੇਅਰ ਕਰਕੇ ਕਿਹਾ, ਸੁਰਿੰਦਰ ਸਿੰਘ ਭਾਈ ਜੀ ਬਹੁਤ ਧੰਨਵਾਦ ਤੁਹਾਡਾ ਸੱਚ ਨੂੰ ਸਾਹਮਣੇ ਲੈ ਕੇ ਆਉਣ ਲਈ। ਇੰਨਾ ਕੁ ਸੰਬੰਧ ਮੇਰਾ ਉਹਦੇ ਨਾਲ। ਫਿਰ ਅਸੀਂ ਬਣਾਈ ਜਾਂਦੇ ਸੀਗੇ ਟੀਵੀ ਸੀਰੀਜ਼ ਐਂਡ ਦੇ ਐਕੂਪਾਈਡ ਵੀ, ਜੂਨ 84 ਤੇ ਜਿਹੜੀਆਂ ਪਰਦੇ ਦੇ ਪਿਛਲੀਆਂ ਘਟਨਾਵਾਂ ਨੇ ਉਹਨਾਂ ਬਾਰੇ, ਪਰਦੇ ਦੇ ਪਿਛਲੀਆਂ, ਕਿ ਦਿੱਲੀ ਦਰਬਾਰ ਦੇ ਵਿੱਚ ਕੀ ਹੁੰਦਾ। ਸੋ ਜਦੋਂ ਮੋਨੇ ਸਿੰਘਾਂ ਦੀ ਗੱਲ ਜਾਂ ਆਪਣੇ ਤੁਹਾਡੇ ਵਰਗੇ ਵੀਰਾਂ ਦੀ ਗੱਲ ਹੁੰਦੀ ਹੈ, ਉਹਨਾਂ ਬਾਰੇ ਮੈਂ ਗੱਲ ਕਰਾਂਗਾ ਵੀ ਕਿਸ ਤਰੀਕੇ ਨਾਲ ਮਤਲਬ ਉਹਨੂੰ ਅੰਜਾਮ ਦਿੱਤਾ ਗਿਆ। ਉਹਦੇ ਸੈਕੰਡ ਪਾਰਟ ਦੇ ਵਿੱਚ ਇੱਕ ਸੀਨ ਆਉਂਦਾ ਜਦੋਂ ਭਾਈ ਬੇਅੰਤ ਸਿੰਘ, ਸਤਵੰਤ ਸਿੰਘ ਇੰਦਰਾ ਗਾਂਧੀ ਨੂੰ ਮਾਰਦੇ ਨੇ, ਤੇ ਉਹ ਤਿਆਰੀ ਕਿਵੇਂ ਕਰਦੇ ਨੇ, ਕਿਹੜੀਆਂ ਗੱਲਾਂ ਨੇ ਜਿਹੜੀਆਂ ਉਹਨਾਂ ਨੂੰ ਪ੍ਰੇਰਿਤ ਕਰਦੀਆਂ ਨੇ ਭਾਈ ਬੇਅੰਤ ਸਿੰਘ ਤੇ ਸਤਵੰਤ ਸਿੰਘ ਨੂੰ। ਸੋ ਉਹਦੇ 'ਚ ਇੱਕ ਗੱਲ ਹੈ ਕਿ ਜਦੋਂ 8 ਜੂਨ ਨੂੰ ਪਤਾ ਲੱਗਦਾ ਸਾਰਾ ਕੁਝ, ਉੱਥੇ 8 ਜੂਨ ਨੂੰ ਗਿਆਨੀ ਜੈਲ ਸਿੰਘ ਜਾਂਦਾ ਉੱਥੇ ਦਰਬਾਰ ਸਾਹਿਬ ਮੱਥਾ ਟੇਕਣ ਲਈ, ਤੇ 10 ਜੂਨ ਨੂੰ ਇੰਦਰਾ ਗਾਂਧੀ ਜਾਂਦੀ ਹੈ। ਇੰਦਰਾ ਗਾਂਧੀ ਜਦੋਂ ਜਾਂਦੀ ਹੈ ਉਦੋਂ ਬੇਅੰਤ ਸਿੰਘ ਵੀ ਨਾਲ ਜਾਂਦਾ ਇੰਦਰਾ ਗਾਂਧੀ, ਕਿਉਂਕਿ ਬਾਡੀਗਾਰਡ ਆ ਕੇ ਰੱਖੇ ਕਿ ਉਹਨੂੰ ਜਾਣਾ ਪੈਣਾ ਸੀ, ਤੇ ਵੱਡੀ ਗੱਲ ਹੈ ਭਰੋਸੇ ਦਾ ਸੀ ਗਨਮੈਨ ਉਹਦੇ। ਤੇ ਉੱਥੇ ਜੋ ਉਹ ਮੰਜ਼ਰ ਦੇਖਦੇ ਨੇ ਸ਼ਹੀਦ ਬੇਅੰਤ ਸਿੰਘ ਜੀ, ਜਿਸ ਤਰੀਕੇ ਦੀਆਂ ਉੱਥੇ ਹਾਲਾਤ ਦੇਖਦੇ ਨੇ, ਜਿਵੇਂ ਢੱਠਾ ਹੋਇਆ ਅਕਾਲ ਤਖਤ ਸਾਹਿਬ ਦੇਖਦੇ ਨੇ, ਤਾਂ ਉੱਥੋਂ ਉਹ ਬੀਜ ਆ ਜਿਹੜਾ ਪੁੰਗਰ ਜਾਂਦਾ, ਉਹਨੂੰ ਖਾਦ ਮਿਲ ਜਾਂਦੀ ਹੈ। ਇਹ ਚੀਜ਼ਾਂ ਖਾਦ ਦਾ ਕੰਮ ਕਰਦੀਆਂ ਨੇ ਸਾਡੇ ਲਈ। ਤੇ ਜੇ ਦੀਪ ਸਿੰਘ ਸਿੱਧੂ ਦੀ ਜਿਹੜੀ ਸ਼ਹਾਦਤ ਹੈ, ਉਹਦੀ ਮੌਤ ਹੈ, ਉਹਦਾ ਚਲੇ ਜਾਣਾ, ਜਾਂ ਕੋਈ ਸਾਡੇ ਤੇ ਹਿੱਟ ਕਰਦਾ, ਜਦੋਂ ਕੋਈ ਸਾਨੂੰ ਕਿਸੇ ਤਰੀਕੇ ਦਾ ਕੋਈ ਤਾਨਾ ਮਿਹਣਾ ਮਾਰਦਾ, ਸਾਨੂੰ ਕਿਸੇ ਵੀ ਤਰੀਕੇ ਦਾ ਮਜ਼ਾਕ ਕਰਦਾ, ਸਰੀਰਕ ਰੂਪ ਦੇ ਵਿੱਚ ਜਾਂ ਮਾਨਸਿਕ ਤੌਰ ਦੇ ਉੱਤੇ, ਉਹ ਚੀਜ਼ਾਂ ਸਾਡੇ ਲਈ ਸਾਡਾ ਬੀਜ ਹੈ ਜਿਹੜੀ ਦੁਬਾਰਾ ਅੰਕੁਰਿਤ ਕਰ ਦਿੰਦੀਆਂ ਨੇ। ਸਾਡੇ ਅੰਦਰ ਹੋਂਦ ਦਾ ਜਿਹੜਾ ਸਵਾਲ ਹੈ ਉਹ ਪੈਦਾ ਹੋ ਜਾਂਦਾ। ਸੋ ਉਹ ਚੀਜ਼ਾਂ ਉਹਨੂੰ ਪ੍ਰੇਰਿਤ ਕਰਦੀਆਂ ਨੇ। ਕਿਵੇਂ ਪ੍ਰੇਰਿਤ ਕਰਦੀਆਂ ਨੇ, ਉਹ ਚੀਜ਼ਾਂ ਬਾਰੇ ਗੱਲ ਕਰਨੀ ਸੀ। ਮੈਂ ਕਿਹਾ ਇੱਕ ਸਿੰਘ ਉੱਥੇ ਜਿਨ੍ਹਾਂ ਦੇ ਘਰ ਦੀਪ ਸਿੰਘ ਸਿੱਧੂ ਠਹਿਰਦੇ ਸੀ, ਮੈਂ ਉਹਨਾਂ ਨੂੰ ਕਿਹਾ ਕਿ ਮੇਰੀ ਗੱਲ ਕਰਾ ਕੇ ਕਿ ਉਹ ਰੋਲ ਕਰਾਣਾ ਭਾਈ ਸਤਵੰਤ ਸਿੰਘ ਦਾ ਭਾਈ ਦੀਪ ਸਿੰਘ ਕੋਲ। ਤੇ ਉਹ ਗੱਲ ਹੋ ਗਈ ਉਹਨਾਂ ਦੀ। ਉਹਨਾਂ ਨੇ ਮੈਨੂੰ ਫੋਨ ਕੀਤਾ, ਕਹਿੰਦਾ ਜੀ ਗੱਲ ਹੋ ਗਈ। ਮੈਂ ਕਿਹਾ ਦੱਸੋ। ਉਹ ਕਹਿੰਦਾ ਦੀਪ ਸਿੰਘ ਨੇ ਕਿਹਾ ਵੀ ਜੇ ਮੈਂ ਜਿਉਂਦਾ ਰਿਹਾ ਤਾਂ ਜ਼ਰੂਰ ਕਰਾਂਗਾ, ਜੇ ਮੈਂ ਜਿਉਂਦਾ ਰਿਹਾ ਤਾਂ ਜ਼ਰੂਰ ਕਰਾਂਗਾ। ਉਹ ਜਿਸ ਦਿਨ ਮਤਲਬ ਇਹ ਸਾਰਾ ਕੁਝ ਹੋਇਆ ਤਾਂ ਉਹਦੀ ਕਹੀ ਹੋਈ ਗੱਲ ਲੈ ਗਈ ਮੇਰੇ ਅੰਦਰ ਕਿ ਜਿਹੜੇ ਰੂਹਾਂ ਹੁੰਦੀਆਂ ਨੇ, ਪਵਿੱਤਰ ਰੂਹਾਂ ਹੁੰਦੀਆਂ ਨੇ ਜਿਹੜੀਆਂ, ਉਹਨਾਂ ਦੀ ਜ਼ੁਬਾਨ ਨੂੰ ਉਹਨੇ ਕੰਟਰੋਲ ਕੀਤਾ ਹੁੰਦਾ ਬਾਬਾ ਜੀ ਨੇ। ਉਹ ਬਾਬਾ ਜੀ ਨੂੰ ਪਤਾ ਹੁੰਦਾ ਕਿ ਇਹ ਤੁਹਾਡਾ ਹੀਰਾ, ਇਹਦੇ ਮੂੰਹ ਚੋਂ ਏਦਾਂ ਉਦਾਂ ਦੀ ਗੱਲ ਨਹੀਂ ਨਿਕਲੂਗੀ। ਹੁਣ ਜੇ ਤੁਹਾਡੀ ਜ਼ੁਬਾਨ ਦੇ ਵਿੱਚੋਂ ਆਪਣੀ ਕਿਸੇ ਭੈਣ ਲਈ ਜਾਂ ਕਿਸੇ ਆਪਣੇ ਸਕੇ ਸੰਬੰਧੀ ਲਈ ਜਾਂ ਕਿਸੇ ਬਿਜ਼ਨਸ ਦੇ ਵਿੱਚ ਤੁਹਾਡੇ ਵਿਰੋਧੀ ਬਾਰੇ ਕੋਈ ਏਦਾਂ ਦਾ ਸ਼ਬਦ ਨਿਕਲਦਾ, ਤੁਸੀਂ ਸੋਚ ਲਓ ਕਿ ਰੱਬ ਮੇਰੇ ਤੋਂ ਦੂਰ ਹੈ, ਮੇਰਾ ਧਿਆਨ ਨਹੀਂ ਰੱਖ ਰਿਹਾ ਹੁਣ। ਸੋ ਇਸ ਤਰੀਕੇ ਨਾਲ ਉਹਨੇ ਮੈਨੂੰ ਜਵਾਬ ਦਿੱਤਾ। ਮੈਂ ਬੜਾ ਹੈਰਾਨ ਹੋਇਆ। ਮੈਂ ਕਿਹਾ ਉਹਨੂੰ ਕੀ ਹੋਣ ਲੱਗਾ? ਅਸੀਂ ਉਸ ਲੈਵਲ ਤੇ ਸੋਚਦੇ ਨਹੀਂ ਨਾ ਹੈਗੇ, ਪਰ ਜਦੋਂ ਹੁਣ ਅਸੀਂ ਵਿਚਾਰਦੇ ਹਾਂ ਉਦੋਂ ਨਹੀਂ ਅਸੀਂ ਉਹਦੀਆਂ ਵੀਡੀਓ ਦੇਖੀਆਂ ਕਿ ਸਾਡਾ ਬੰਦਾ, ਪਤਾ ਹੁੰਦਾ ਨਾ ਕਿ ਸਾਡਾ ਬੰਦਾ, ਇਹਨੇ ਸਾਡੇ ਬਾਰੇ ਹੀ ਗੱਲ ਕਰਨੀ ਹੈ ਨਾ, ਇੱਕ ਮਾਣ ਵਾਲੀ ਗੱਲ ਹੁੰਦੀ ਹੈ। ਅਸੀਂ ਥੋੜੀ ਜਿਹੀ ਦੇਖਦੇ ਹਾਂ ਤੇ ਹਾਂ ਠੀਕ ਕਰ ਰਿਹਾ, ਗੱਲ ਠੀਕ ਹੈ, ਅਸੀਂ ਅੱਗੇ ਲਗਾ ਦਿੰਦੇ ਹਾਂ।
ਸਕਰੋਲ ਕਰ ਲੈਂਦੇ ਹਾਂ। ਪਰ ਹੁਣ ਮੈਨੂੰ ਲੱਗਦਾ ਕਿ ਉਹਦੀ ਇੱਕ ਵੀਡੀਓ ਮੈਂ 2-2 3-3 ਵਾਰ ਦੇਖੀ ਹੈ। ਇਹ ਅਸੀਂ ਬਾਅਦ ਚ ਕਰਦੇ ਹਾਂ। ਸਾਰਾ ਕੁਝ ਸਿਸਟਮ ਜਿਹੜਾ ਹੈ ਸਾਡੇ ਨਾਲੋਂ ਪਹਿਲਾਂ ਕਰਦਾ। ਸਿਸਟਮ ਸਾਡੀ ਅੱਖ ਨੂੰ ਪਹਿਲਾਂ ਪੜ੍ਹਦਾ, ਸਟੱਡੀ ਕਰਦਾ। ਉਹ ਸਿਸਟਮ ਨੇ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਪਹਿਲਾਂ ਕਰ ਲਿਆ, ਅਸੀਂ ਹਾਲੇ ਕੀਤਾ ਨਹੀਂ। ਉਹਨੂੰ ਪਤਾ ਕਿ ਸਾਹਿਬ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਹੈ, ਉਹਨੂੰ ਪਤਾ, ਸਾਨੂੰ ਨਹੀਂ ਪਤਾ। ਅਸੀਂ ਪਿੱਛੇ ਜੇ ਸ਼ੱਕ ਪ੍ਰਗਟ ਕੀਤਾ ਸੀ ਕਿ ਜਿਹੜਾ ਸਾਹਿਤ ਸਾਡਾ ਧਾਰਮਿਕ ਲਿਟਰੇਚਰ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚੋਂ ਜੂਨ 1984 ਦੇ ਵਿੱਚ ਉਹਨਾਂ ਨੇ ਚੋਰੀ ਕੀਤਾ, ਵੀ ਉਹਦੇ ਨਾਲ ਛੇੜਛਾੜ ਕਰਨਗੇ, ਉਹਦੇ 'ਚ ਤਬਦੀਲੀ ਕਰਨਗੇ। ਪਰ ਉਹ ਮੈਨੂੰ ਲੱਗਦਾ ਵੀ ਕਰ ਨਹੀਂ ਸਕੇ, ਹੋ ਨਹੀਂ ਸਕਦੀ। ਹਾਂ, ਇੱਕ ਗੱਲ ਜਿਹੜੀ ਮੈਂ ਨਵੀਂ ਤੁਹਾਡੇ ਕੋਲ ਅੱਜ ਕਰ ਰਹੇ ਹਾਂ ਪਹਿਲੀ ਵਾਰ, ਉਹ ਇਹ ਹੈ, ਉਹ ਤਬਦੀਲੀ ਤਾਂ ਨਹੀਂ ਕਰ ਸਕੇ, ਪਰ ਆਪਣੇ ਸੰਸਕ੍ਰਿਤ ਦੇ ਵਿੱਚ ਗ੍ਰੰਥ ਤਿਆਰ ਕਰ ਰਹੇ ਨੇ, ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਲੈ ਕੇ ਗੱਲਾਂ। ਕੱਲ ਨੂੰ ਤੁਹਾਨੂੰ ਇਹ ਚੀਜ਼ ਦਿਖਾਉਣ ਦੇ ਲਈ ਕਿ ਤੁਹਾਡੇ ਗੁਰੂ ਸਾਹਿਬ ਨੇ ਸਾਡੇ ਗ੍ਰੰਥਾਂ ਦੀ ਨਕਲ ਮਾਰੀ ਹੈ। ਇਹ ਚੀਜ਼ਾਂ, ਇਹ ਬੌਧਿਕਤਾ ਦੇ ਪੱਧਰ ਤੇ ਜਦੋਂ ਤੁਸੀਂ ਆ ਜਾਓਗੇ, ਫਿਰ ਤੁਹਾਨੂੰ ਸਮਝ ਆਉਣ ਲੱਗ ਜਾਣਗੇ, ਫਿਰ ਤੁਹਾਨੂੰ ਪਤਾ ਲੱਗ ਜਾਊਗਾ ਕਿ ਇਹ ਸੋਚ ਦੇ ਧਾਰ ਨਹੀਂ। ਹੁਣ ਜਿੱਥੇ ਤੁਹਾਡੀ ਸੋਚ ਘੜੀ ਗਈ ਨਾ, ਸੋਚ ਬਣ ਗਈ। ਆਪਣੇ ਪਰਿਵਾਰ ਦੇ ਬਜ਼ੁਰਗ ਹੁੰਦੇ ਨੇ, ਉਹਨਾਂ ਦੀ ਸੋਚ ਹੁੰਦੀ ਹੈ, ਇੱਕ ਸੋਚ ਹੁੰਦੀ ਹੈ। ਤੁਹਾਡੇ ਘਰ ਦੇ ਬਾਹਰ ਜਾਂ ਰਸੋਈ ਦੇ ਬਾਹਰ ਲਿਖਣ ਦੀ ਲੋੜ ਨਹੀਂ ਹੁੰਦੀ ਕਿ ਇੱਥੇ ਜੁੱਤੀ ਲਾ ਕੇ ਆਉਣਾ ਮਨਾ ਹੈ। ਤੁਹਾਡੀ ਸੋਚ ਹੈ, ਤੁਸੀਂ ਲਾ ਕੇ ਹੀ ਜਾਂਦੇ ਹੋ, ਤੁਹਾਡੀ ਸੋਚ ਹੈ। ਗੁਰੂ ਘਰ ਦੇ ਵਿੱਚ ਤੁਹਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਕਿ ਇੱਥੇ ਰੁਮਾਲ ਲੈ ਕੇ ਸਿਰ ਤੇ ਆਉਣਾ ਅੰਦਰ, ਕਿਉਂਕਿ ਤੁਹਾਡੇ ਵਿਹਾਰ 'ਚ, ਤੁਹਾਡੀ ਸੋਚ ਦੇ ਵਿੱਚ ਤੁਸੀਂ ਉਸ ਸੋਚ ਦੇ ਧਾਰ ਨਹੀਂ ਹੋ ਚੁੱਕੇ। ਲਿਖਣ ਦੀ ਲੋੜ ਨਹੀਂ, ਉਹ ਤੁਹਾਡੀ ਸੋਚ ਹੈ। ਤੁਹਾਡੇ ਬਜ਼ੁਰਗ ਨੇ, ਬਜ਼ੁਰਗ ਸਾਨੂੰ ਕਹਿੰਦੇ ਹੁੰਦੇ ਸੀ ਕਿ ਪਿੰਡ ਦੀ ਜਿਹੜੀ ਧੀ ਹੈ ਤੁਹਾਡੀ ਭੈਣ ਹੈ। ਕੁਝ ਕਾਰ ਵਿਹਾਰ ਸਾਡੇ ਜਿਹੜੇ ਕਿਰਦਾਰ ਘੜੇ ਗਏ ਉਸ ਤਰੀਕੇ ਨਾਲ, ਉਹ ਸਾਡੀ ਸੋਚ ਹੈ। ਕੀ ਉਹ ਸੋਚ ਜਦੋਂ ਸਾਡਾ ਬਜ਼ੁਰਗ ਦਾਦਾ ਪੜਦਾਦਾ ਮਰ ਗਿਆ ਉਹਦੇ ਨਾਲ ਖਤਮ ਹੋ ਗਈ? ਨਹੀਂ, ਕਦੇ ਨਹੀਂ ਖਤਮ ਹੁੰਦੀ ਹੈਗੀ। ਸੰਤ ਜਰਨੈਲ ਸਿੰਘ ਦੀ ਸੋਚ ਜਾਂ ਦੀਪ ਸਿੰਘ ਸਿੱਧੂ ਦੇ ਜੋ ਵਿਚਾਰ ਨੇ, ਸੰਤਾਂ ਦੀ ਸੋਚ ਕੋਲੋਂ ਲੈ ਕੇ ਅੱਗੇ ਵਧ ਰਿਹਾ, ਟਰੈਵਲ ਕਰ ਰਿਹਾ। ਉਹ ਸੋਚ ਜਿਹੜੀ ਹੈ, ਇਹ ਸੋਚ ਦਾ ਕਿੱਥੇ ਨੁਕਸਾਨ ਕਿੱਥੇ ਹੋ ਸਕਦਾ, ਇਹ ਸੋਚ ਦਾ ਉਹ ਵੀ ਮੈਂ ਦੱਸਦਾ। ਸੋਚ ਦੇ ਵਿੱਚ ਖੜੋਤ ਆ ਜਾਂਦੀ ਹੁੰਦੀ ਹੈ ਕਈ ਵਾਰੀ। ਜੋਤੀ ਰਾਓ ਫੂਲੇ ਹੋਏ ਨੇ, ਇੱਕ ਬਹੁਤ ਦਲਿਤਾਂ ਦੇ ਬਹੁਤ ਵੱਡੇ ਲੀਡਰ ਹੋਏ ਨੇ ਅੰਗਰੇਜ਼ਾਂ ਦੇ ਸਮੇਂ। ਉਹਨਾਂ ਨੇ ਅੱਜ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਕਈ ਥਾਂ ਤੇ ਉਹਨਾਂ ਨੇ ਭਗਤ ਰਵਿਦਾਸ ਦੀ ਬਾਣੀ ਦੇ ਵਿੱਚ ਜਿਹੜੀਆਂ ਰੈਵੋਲੂਸ਼ਨਰੀ ਗੱਲਾਂ ਨੇ ਨਾ, ਜਦ ਜਿਵੇਂ ਉਹਨਾਂ ਨੇ ਉਸ ਵੇਲੇ ਦੇ ਆਰੀਅਨ ਲੋਕਾਂ ਨਾਲ, ਬ੍ਰਾਹਮਣਾਂ ਦੇ ਨਾਲ ਜਿਵੇਂ ਯੁੱਧ ਕੀਤਾ ਸ਼ਬਦਾਂ ਦੇ ਰਾਹੀਂ, ਉਹ ਸੋਚ ਨੂੰ ਲੈ ਕੇ ਸੰਘਰਸ਼ ਸ਼ੁਰੂ ਕੀਤਾ ਜੋਤੀ ਰਾਓ ਫੂਲੇ ਨੇ। ਜੋਤੀ ਰਾਓ ਫੂਲੇ ਨੇ ਉਹ ਲੜਾਈ ਨੂੰ ਕਾਫੀ ਅੱਗੇ ਤੱਕ ਲੈ ਗਿਆ ਕਿ ਅੰਗਰੇਜ਼ਾਂ ਨੂੰ ਵੀ ਉਹਦੀ ਗੱਲ ਸੁਣਨੀ ਪਈ ਬੰਗਾਲ ਦੇ ਵਿੱਚ। ਹੁਣ ਜਿੱਥੇ ਜੋਤੀ ਰਾਓ ਫੂਲੇ ਦੀ ਮੌਤ ਹੋ ਜਾਂਦੀ ਹੈ, ਉੱਥੇ ਖੜੋਤ ਆ ਗਈ ਉਸ ਸੋਚ ਦੇ ਵਿੱਚ, ਕਿਉਂਕਿ ਹੋਰ ਗੱਲ ਕਰਨ ਵਾਲਾ ਨਹੀਂ ਸੀ ਹੈਗਾ। ਉਹਦਾ ਜਿਹੜਾ ਬੈਟਨ ਸੀ ਨਾ ਛੱਡਿਆ ਹੋਇਆ ਜੋਤੀ ਰਾਓ ਫੂਲੇ ਦਾ, ਉਹਨੂੰ ਡਾਕਟਰ B.R. ਅੰਬੇਦਕਰ ਨੇ ਚੁੱਕ ਲਿਆ। ਉੱਥੋਂ ਉਹਨੇ ਗੱਲ ਸ਼ੁਰੂ ਕਰ ਦਿੱਤੀ, ਅੱਗੇ ਵਧਿਆ ਉਸ ਸੋਚ ਨੂੰ ਲੈ ਕੇ ਕਿ ਨਹੀਂ, ਅਸੀਂ ਬਹੁਤ ਗਿਣਤੀ ਹੈ ਇੱਥੇ, ਸਾਡੀ ਵੱਡੀ ਗਿਣਤੀ ਹੈ ਤੇ ਸਾਨੂੰ ਉਸ ਤਰੀਕੇ ਨਾਲ ਲਤਾੜ ਨਹੀਂ ਸਕਦੇ, ਤੁਸੀਂ ਲਤਾੜਿਆ ਨਹੀਂ ਜਾ ਸਕਦਾ। ਉਹਨੇ ਗੱਲ ਸ਼ੁਰੂ ਕੀਤੀ। ਜਿੱਥੇ ਡਾਕਟਰ B.R. ਅੰਬੇਦਕਰ ਦੀ ਮੌਤ ਹੋ ਗਈ, ਉੱਥੇ ਕਾਂਸ਼ੀ ਰਾਮ ਨੇ ਉਹਦਾ ਬੈਟਨ ਫੜ ਲਿਆ, ਉਹਨੂੰ ਅੱਗੇ ਤੱਕ ਲੈ ਗਿਆ। ਜਿਹੜੇ ਬੰਦੇ ਦੀ ਪਹਿਲਾਂ ਸੋਚ ਸੀ ਹੂ ਨਹੀਂ ਪਰਣਾਈ ਹੋਈ। ਸਾਡੀ ਖਾਸੀਅਤ ਇਹ ਹੈ ਕਿ ਅਸੀਂ ਜਿਹੜੀ ਸੋਚ ਦੇ ਧਾਰਨੀ ਆ, ਉਹ ਸਾਡੀ ਸੋਚ ਹੈ, ਉਹ ਸਾਡੀ ਸੋਚ ਹੈ। ਉਹਦੇ ਚ ਵਿਲੱਖਣਤਾ ਇਹ ਹੈ ਕਿ ਉਹ ਕਾਪੀ ਨਹੀਂ ਹੈ ਕਿਸੇ ਦੀ। ਉਹਦਾ ਇੱਕ ਮੁਖੀ ਏਜੰਡਾ ਹੀ ਹੈ, ਬਸ ਇੱਕ ਨੁਕਾਤੀ ਪ੍ਰੋਗਰਾਮ ਹੀ ਹੈ ਉਹ ਸੋਚ ਦਾ। ਏਜੰਸੀਆਂ ਨੇ ਤੇ ਭਾਰਤ ਸਰਕਾਰ ਨੇ ਹਮਲਾ ਕੀਤਾ ਸੀ ਦਰਬਾਰ ਸਾਹਿਬ ਤੇ ਕਿ ਸੰਤ ਜਰਨੈਲ ਸਿੰਘ ਨੂੰ ਗ੍ਰਿਫਤਾਰ ਕਰਨਾ। ਉਹਦੀ ਸੋਚ ਦੀ ਗੱਲ ਕਰਦਾ, ਉਹ ਫਲੈਕਚੁਏਟ ਕਰਦੀ ਹੈ, ਉਹ ਸਮੇਂ ਦੇ ਮੁਤਾਬਕ ਚੇਂਜ ਹੁੰਦੀ ਹੈ। ਉਹ ਕਹਿੰਦੇ ਸੀ ਗ੍ਰਿਫਤਾਰ ਕਰਨਾ ਸੰਤ ਜਰਨੈਲ ਸਿੰਘ ਨੂੰ, ਅਸੀਂ ਸਿੱਖਾਂ ਨੂੰ ਦੱਸਾਂਗੇ ਦਿੱਲੀ ਲਿਜਾ ਕੇ ਕਿ ਕਿਵੇਂ ਅਸੀਂ ਲਾਲ ਕਿਲੇ ਦੇ ਵਿੱਚ ਅਦਾਲਤ ਸਥਾਪਿਤ ਕਰਕੇ ਇਹਦੇ ਤੇ ਕੇਸ ਚਲਾਉਣੇ ਤੇ ਕਿਵੇਂ ਇਹਨੂੰ ਫਾਂਸੀ ਦੇ ਤਖਤੇ ਤੇ ਚਾੜਾਂਗੇ ਤੇ ਇਹ ਦੱਸਾਂਗੇ ਸਿੱਖਾਂ ਨੂੰ। ਉਹ ਪਲਾਨ A ਹੈ ਉਹਦਾ। ਪਲਾਨ B ਹੈ ਕਿ ਉਹਨੂੰ ਭੋਰੇ ਦੇ ਵਿੱਚ ਮਾਰਨਾ, ਅਕਾਲ ਤਖਤ ਦੇ ਤਹਿਖਾਨੇ ਦੇ ਵਿੱਚ ਮਾਰਨਾ, ਕਿ ਅਸੀਂ ਦੱਸਾਂਗੇ ਕਿ ਸਿੱਖਾਂ ਦਾ ਜਿਹੜਾ ਲੀਡਰ ਕਹਾਉਣ ਵਾਲਾ ਸੀ ਉਹ ਲੁਕਿਆ ਹੋਇਆ ਮਾਰਿਆ ਗਿਆ। ਇੱਕ ਪਲਾਨ ਹੋਰ ਵੀ ਸੀ ਜਿਹੜਾ ਇਹਦੇ ਨਾਲ ਹੀ ਰੱਖਿਆ ਗਿਆ ਸੀ
ਏਜੰਸੀਆਂ ਵੱਲੋਂ। ਉਹ ਸੀ ਪਲਾਨ ਸੀ ਕਿ ਸੰਤ ਜਰਨੈਲ ਸਿੰਘ ਨੂੰ ਥੋੜਾ ਜਿਹਾ ਰਾਹ ਪ੍ਰਦਾਨ ਕਰਾਂਗੇ ਕਿ ਉੱਥੋਂ ਨਿਕਲਣ ਦੀ ਕੋਸ਼ਿਸ਼ ਕਰੇ, ਜਾਂ ਪਾਕਿਸਤਾਨ ਵੱਲ ਜਾਵੇ ਜਾਂ ਕਿਸੇ ਤਰੀਕੇ ਨਾਲ, ਕਿ ਅਸੀਂ ਉਹਨੂੰ ਗਲੀਆਂ ਦੇ ਵਿੱਚ, ਅੰਮ੍ਰਿਤਸਰ ਦੀਆਂ ਜਿਹੜੀਆਂ ਗਲੀਆਂ ਨੇ ਉੱਥੇ ਗੋਲੀ ਮਾਰੀਏ, ਤਾਂ ਕਿ ਸਿੱਖਾਂ ਨੂੰ ਦਸੀਏ ਆਹ ਤੁਹਾਡਾ ਜਰਨੈਲ ਗਲੀਆਂ ਦੇ ਵਿੱਚ ਦੌੜਦਾ ਹੋਇਆ ਮਾਰਿਆ ਗਿਆ। ਇਹ ਉਹਦੀ ਸੋਚ ਹੈ, ਪਲੈਨਿੰਗ ਫਲਕਚੁਏਟ ਕਰ ਰਹੀ ਹੈ, ਉਹਨੂੰ ਪੱਕਾ ਨਹੀਂ ਹੈਗਾ ਕਿ ਇਦਾਂ ਹੀ ਕਰਨਾ, ਬਸ ਇਦਾਂ ਹੀ ਕਰਾਂਗੇ। ਸਾਡੀ ਕੀ ਸੋਚ ਹੈ? ਮਰਨਾ, ਕੋਈ ਪਲੈਨਿੰਗ ਨਹੀਂ, ਬਸ ਮਰਨਾ, ਜੂਝਦਿਆਂ ਮਰਾਂਗੇ, ਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਲਈ ਮਰਨਾ। ਇੱਕ ਨੁਕਾਤੀ ਏਜੰਡਾ, ਕੋਈ ਹੇਰ ਫੇਰ ਹੈ ਇਹਦੇ ਚ? ਕੋਈ ਪਲਾਨ ਵੀ ਹੈ ਇਹਦੇ ਚ? ਕੋਈ ਪਲੈਨਿੰਗ ਨਹੀਂ। ਸੰਤਾਂ ਦੀ ਸੋਚ ਸੀ ਮਰਨਾ ਹੈ, ਕੋਈ ਪਲੈਨਿੰਗ ਨਹੀਂ। ਤੇ ਸਾਰਿਆਂ ਨੂੰ ਪਤਾ ਜੋ ਸੰਤਾਂ ਨੇ ਕਿਹਾ ਸੀ ਉਹ ਕਰਕੇ ਦਿਖਾਇਆ। ਉਹਨਾਂ ਨੇ ਕਿਹਾ ਸੀ ਕਿ ਸ਼ਹੀਦੀ ਦੇਣੀ ਹੈ, ਮਰਨਾ ਇੱਥੇ ਸ਼ਹੀਦੀ ਦੇਣੀ ਆ, ਨਿਸ਼ਾਨ ਸਾਹਿਬਾਂ ਦੇ ਵਿਚਾਲੇ ਦੇਣੀ ਹੈ, ਇੱਥੇ ਲੜਨਾ, ਉੱਥੇ ਹੀ ਸ਼ਹਾਦਤ ਦਿੱਤੀ ਹੈ ਸਾਰੇ ਸਿੰਘਾਂ ਦੇ ਨਿਕਲ ਕੇ ਬਾਹਰ। ਸੋ ਪਲਾਨ ਕਿਹਦੇ ਕਾਮਯਾਬ ਹੋਏ? ਦੁਸ਼ਮਣ ਦੇ ਪਲਾਨ ਕਾਮਯਾਬ ਹੋਏ ਜਾਂ ਸੰਤਾਂ ਦਾ ਪਲਾਨ ਕਾਮਯਾਬ ਹੋਇਆ? ਸੰਤਾਂ ਦਾ ਜਿੱਤ ਕਿਹਦੀ ਹੋਈ ਫਿਰ? ਸੰਤਾਂ ਦੀ। ਸੋ ਇਹ ਭਾਈ ਸਾਹਿਬ, ਜਿੱਥੇ ਤੁਹਾਡੀ ਸੋਚ ਨੂੰ ਕੋਈ ਨੁਕਸਾਨ ਨਹੀਂ ਹੈ, ਤੁਹਾਡੀ ਸੋਚ ਬਚਦੀ ਹੈ, ਤੁਹਾਡਾ ਸਰੀਰ ਖਤਮ ਹੋ ਜਾਂਦਾ ਹੈ, ਉੱਥੇ ਤੁਹਾਡੀ ਜਿੱਤ ਹੈ। ਜਿੱਥੇ ਕੋਈ ਸੋਚ ਹੀ ਨਹੀਂ ਹੈ, ਉਹਨੂੰ ਤਾਂ ਅਸੀਂ ਜਦੋਂ ਮਰਜ਼ੀ ਪੈਰਾਂ ਤੋਂ ਕੱਢ ਦਈਏ, ਅਸੀਂ ਦਿਖਾਤਾ ਨਾ, ਡੰਡੇ ਨਾਲ ਵੀ ਦਿੱਲੀ ਤੇ ਰਾਜ ਕਰ ਸਕਦੇ ਹਾਂ ਹੁਣ ਤਾਂ, ਕਦੇ ਵੀ। ਪਰ ਆਏਗਾ, ਹੋਏਗਾ। ਇਹ ਸਾਨੂੰ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਵੀ ਦੱਸ ਗਏ, ਸਾਨੂੰ ਦੀਪ ਸਿੰਘ ਵੀ ਦੱਸ ਗਏ। ਤੇ ਅਸੀਂ ਆਪਣੀ ਸੋਚ ਨੂੰ ਪਕੇਰਿਆਂ ਕਰੀਏ। ਅਸੀਂ ਇੱਕ ਟਰੱਕ ਤੋਂ 2 ਟਰੱਕ, ਇੱਕ 7-11 ਤੋਂ 2 7-11, ਜਾਂ ਅਸੀਂ ਇੱਕ ਘਰ ਤੋਂ 2 ਘਰ, ਉਹ ਤੁਹਾਡਾ ਨਿੱਜ ਹੈ। ਜਦੋਂ ਤੁਸੀਂ ਕਹਿੰਦੇ ਹੋ ਨਾ ਕਿ ਯਾਰ ਹੈ ਤਾਂ ਸਾਰਾ ਕੁਝ ਹੈ ਪਰ ਮੈਨੂੰ ਨੀਂਦ ਨਹੀਂ ਆ ਰਹੀ, ਉਦੋਂ ਤੁਹਾਡੀ ਸੋਚ ਹੈ ਜਿਹੜੀ ਡਿਵੈਲਪ ਹੋਣੀ ਸ਼ੁਰੂ ਹੋ ਗਈ, ਸਮਝੋ। ਮੈਂ ਅਰਦਾਸ ਕਰਦਾ ਅਕਾਲ ਪੁਰਖ ਵਾਹਿਗੁਰੂ ਅੱਗੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ, ਤੇ ਇਸ ਅਰਦਾਸ 'ਚ ਤੁਸੀਂ ਸਾਰੇ ਸ਼ਾਮਲ ਵੀ ਹੋ ਕਿ ਸਾਡੀ ਸੋਚ ਮਹਾਰਾਜ ਇਸ ਤਰ੍ਹਾਂ ਦੀ ਘੜ ਦੇਵੇ ਕਿ ਅਸੀਂ ਕਿਸੇ ਤੇ ਸ਼ੱਕ ਨਾ ਕਰੀਏ। ਅਸੀਂ ਜੇ ਕੋਈ ਸਾਡੇ ਕੋਲੋਂ ਗਲਤੀਆਂ ਹੋ ਗਈਆਂ, ਹੁਣ ਸਾਨੂੰ ਵਾਹਿਗੁਰੂ ਮਾਫ ਕਰ ਦੇਵੇ, ਤੇ ਸਾਡੇ 'ਚ ਕੁਰਬਾਨੀ ਦਾ ਜਜ਼ਬਾ ਜਿਹੜਾ ਹੈ ਉਹ ਸਾਡੇ 'ਚ ਮਹਾਰਾਜ ਅਕਾਲ ਪੁਰਖ ਭਰਨ। ਤੇ ਗੱਲਾਂ ਬਹੁਤ ਸੀ ਕਰਨ ਵਾਲੀਆਂ, ਪਰ ਸਮਾਂ ਮੈਨੂੰ ਲੱਗਦਾ ਇਜਾਜ਼ਤ ਨਹੀਂ ਦਿੰਦਾ। ਮੈਂ ਖਿਮਾ ਦਾ ਜਾਚਕ ਹਾਂ, ਤੇ ਭੈਣਾਂ ਤੋਂ, ਭਰਾਵਾਂ ਤੋਂ, ਸਾਰਿਆਂ ਤੋਂ ਮਾਫੀ ਮੰਗਦਾ ਜੇ ਕੋਈ ਗਲਤੀ ਹੋ ਗਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।